ਭਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜਿੱਥੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ, ਉੱਥੇ ਗੁਰਬਾਣੀ ਦਾ ਅੰਮ੍ਰਿਤ ਰਸ ਕੀਰਤਨ ਆਪ ਜੀ ਗੁਰੂ ਸਵਾਰੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਪਹਿਲਾਂ ਭਾਈ ਕੁਲਵੰਤ ਸਿੰਘ ਜੀ ਜੋਧਪੁਰੀ, ਉਹਨਾਂ ਦੇ ਜੱਥੇ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ। ਉਹਨਾਂ ਤੋਂ ਬਾਅਦ ਨਿਊਜ਼ੀਲੈਂਡ ਤੋਂ ਆਇਆ ਹੋਇਆ ਗੁਰਮੁਖ ਪਰਿਵਾਰ, ਭਾਈ ਕਬਲਜੀਤ ਸਿੰਘ ਜੀ ਅਤੇ ਬੀਬਾ ਗੁਰਪ੍ਰੀਤ ਕੌਰ ਜੀ, ਜਦੋਂ ਵੀ ਇਹ ਦੇਸ਼ ਦੀ ਧਰਤੀ 'ਤੇ ਆਉਂਦੇ ਨੇ ਅਤੇ ਉਦੋਂ ਹੀ ਬੜੇ ਪਿਆਰ ਨਾਲ ਬੈਠ ਕੇ ਇੱਥੇ ਆ ਕੇ ਵੀ ਸਾਨੂੰ ਵੀ ਦਰਸ਼ਨ ਦਿੰਦੇ ਨੇ। ਉਂਝ ਨਿਊਜ਼ੀਲੈਂਡ ਵਿੱਚ ਇਹ ਸਾਰਾ ਹੀ ਪਰਿਵਾਰ ਬੜੇ ਪਿਆਰ ਦੇ ਨਾਲ ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸੁਣਦੇ ਹਨ ਜੀ। ਆਪੇ ਲਾਇਓ ਆਪਣਾ ਪਿਆਰ। ਗੁਰੂ ਸਾਹਿਬ ਦਾ ਜਿਹੜਾ ਪਿਆਰ ਹੈ ਨਾ ਜੀ, ਇਹ ਬੰਦੇ ਦੇ ਵੱਸ ਨਹੀਂ ਹੈਗਾ ਵੀ ਜੇ ਬੰਦੇ ਦੇ ਵੱਸ ਹੋਵੇ ਤਾਂ ਸਾਰੇ ਗੁਰੂ ਦੇ ਪ੍ਰੇਮੀ ਬਣੇ ਹੋਣ ਜੀ। ਬੜਾ ਸੁੱਖ ਮਿਲਦਾ ਜਦੋਂ ਹਿਰਦੇ 'ਚ ਗੁਰੂ ਦਾ ਪ੍ਰੇਮ ਲੱਗਦਾ ਜੀ, ਪਰ ਇਹ ਆਪਣੇ ਜ਼ੋਰ ਨਾਲ ਨਹੀਂ ਲੱਗਦਾ ਜੀ। ਜਿਸ ਉੱਤੇ ਗੁਰੂ ਜੀ ਮਿਹਰ ਕਰ ਦਿੰਦੇ ਆ, ਕਿਰਪਾ ਕਰ ਦਿੰਦੇ ਆ, ਉਹਨੂੰ ਮਹਾਰਾਜ ਆਪਣਾ ਪਿਆਰ ਬਖਸ਼ਿਸ਼ ਕਰਦੇ ਆ, ਉਹਨੂੰ ਉਹਦੇ ਹਿਰਦੇ 'ਚ ਪ੍ਰੇਮ ਦੀ ਕਣੀ ਪਾ ਦਿੰਦੇ ਆ। ਇਤਿਹਾਸ ਦੀਆਂ ਸਾਖੀਆਂ ਤੁਸੀਂ ਸੁਣਦੇ ਰਹਿੰਦੇ ਹੋ। ਬੜੇ ਬੜੇ ਗੁਰਸਿੱਖ ਹੋਏ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਆਪਣਾ ਪਿਆਰ ਲਾ ਦਿੱਤਾ ਜੀ। ਆਪੇ ਲਾਇਓ ਆਪਣਾ ਪਿਆਰ। ਬੰਦੇ ਦੀ ਮਰਜ਼ੀ ਨਾਲ ਨਹੀਂ ਲੱਗਦਾ ਜੀ, ਇਹ ਗੁਰੂ ਸਾਹਿਬ ਦੀ ਮਿਹਰ ਨਾਲ ਲੱਗਦਾ ਜੀ। ਮਹਾਰਾਜ ਨੇ ਮਿਹਰ ਕੀਤੀ। ਭਾਈ ਕਬਲਜੀਤ ਸਿੰਘ, ਇਹਨਾਂ ਦੇ ਮਾਤਾ ਪਿਤਾ ਵੀ ਕਥਾ ਸੁਣਦੇ ਜੀ, ਇਹਨਾਂ ਦੇ ਬੱਚੇ ਵੀ ਸੁਣਦੇ ਜੀ, ਸਾਰਾ ਪਰਿਵਾਰ। ਜਦੋਂ ਪਿੱਛੇ ਜਿਹੇ ਆਏ, ਇਹਨਾਂ ਦੱਸਿਆ, ਮੈਂ ਆਪਣੇ ਮਨ ਵਿੱਚ ਸੋਚਿਆ ਵੀ ਕਿੱਡੀ ਵੱਡੀ ਗੱਲ ਹੈ, 3 ਪੀੜ੍ਹੀਆਂ ਇਕੱਠੀਆਂ ਹੀ ਮਹਾਰਾਜ ਦਾ ਜਸ ਸੁਣਦੀਆਂ ਜੀ। ਪਹਿਲਾਂ ਇਹਨਾਂ ਦੇ ਮਾਤਾ ਪਿਤਾ, ਇਹ ਵੀ ਨਾਲ, ਅੱਗੋਂ ਇਹਨਾਂ ਦੇ ਬੱਚੇ ਜੀ, ਇਹਨਾਂ ਦੇ ਪੁੱਤਰਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ। ਕਾਕਾ ਅਮਿਤੋਜ ਸਿੰਘ ਜੀ, ਅਮਨਦੀਪ ਸਿੰਘ ਜੀ ਅਤੇ ਕਿਰਪਾਲ ਸਿੰਘ ਜੀ। 2 ਪੁੱਤਰਾਂ ਦੇ ਨੇਤਰਾਂ ਦੀ ਜੋਤ ਨਹੀਂ ਹੈਗੀ, ਪਰ ਅੱਖਾਂ ਵਾਲਿਆਂ ਨਾਲੋਂ ਬੜੇ ਚੰਗੇ ਨੇ ਸਾਧ ਸੰਗਤ ਜੀ। ਬਹੁਤ ਬਾਣੀ ਇਹਨਾਂ ਨੂੰ ਜ਼ੁਬਾਨੀ ਕੰਠ ਹੈਗੀ ਹੈ ਜੀ। ਜਦੋਂ ਪਿਛਲੀ ਵਾਰੀ ਆਏ ਸੀ, ਆਪਾਂ ਇੱਥੇ ਮਾਈਕ 'ਤੇ ਬੋਲ ਕੇ ਸੰਗਤਾਂ ਨੇ ਸੁਣਿਆ ਸੀਗਾ ਵੀ ਕਿਵੇਂ
ਜਿੱਥੋਂ ਪੰਗਤੀ ਛੱਡੀ ਦੀ ਸੀ ਉੱਥੋਂ ਫੜ ਲੈਂਦੇ ਸੀਗੇ ਜੀ। ਅੱਖਾਂ ਵਾਲੇ ਹੋ ਸਕਦਾ ਆਪਣੀਆਂ ਅੱਖਾਂ ਦਾ ਇੰਨਾ ਲਾਭ ਨਾ ਚੁੱਕਦੇ ਹੋਣ ਜੀ। ਇਹਨਾਂ ਉੱਤੇ ਰੱਬ ਦੀ ਮਿਹਰ ਹੈ ਸਾਧ ਸੰਗਤ ਜੀ। ਸੁਣ ਸੁਣ ਬਾਣੀ ਕੰਠ। ਹੁਣ ਵੀ ਜਿਹੜਾ ਸ਼ਬਦ ਪੜ੍ਹਿਆ ਉਹ ਕਿਤੇ ਵੇਖ ਕੇ ਥੋੜ੍ਹੀ ਪੜ੍ਹਨ ਦੇ ਸੀਗੇ ਜੀ, ਉਹਨਾਂ ਨੂੰ ਯਾਦ ਸੀਗਾ ਜੀ। ਗੁਰਬਾਣੀ ਜ਼ੁਬਾਨੀ ਯਾਦ ਹੈ। ਜਦੋਂ ਬੰਦਾ ਗੁਰਬਾਣੀ ਜ਼ੁਬਾਨੀ ਯਾਦ ਕਰਦਾ ਨਾ ਜੀ, ਬਾਰ-ਬਾਰ ਇੱਕ ਸ਼ਬਦ ਨੂੰ ਪੜ੍ਹਦਾ, ਬਾਰ-ਬਾਰ ਇੱਕ ਸ਼ਬਦ ਨੂੰ ਪੜ੍ਹਦਾ, ਫਿਰ ਉਹ ਰਸਨਾ 'ਤੇ ਵਸਦਾ ਜੀ। ਜਦੋਂ ਉਹ ਰਸਨਾ 'ਤੇ ਵਸ ਜਾਂਦਾ ਜੀ, ਫਿਰ ਉਹਦੇ ਵਿੱਚੋਂ ਰਸ ਪੈਦਾ ਹੁੰਦਾ ਜੀ। ਉਹ ਰਸ ਬੰਦੇ ਨੂੰ ਆਪ ਨੂੰ ਵੀ ਸੁੱਖ ਦਿੰਦਾ ਜੀ, ਅਤੇ ਜਿਹੜਾ ਸੁਣਦਾ ਉਹਨੂੰ ਵੀ ਸੁੱਖ ਮਿਲਦਾ ਜੀ। ਉਹਦੀ ਆਤਮਾ ਵੀ ਸ਼ਾਂਤ ਹੁੰਦੀ ਹੈ, ਉਹਦੀ ਆਤਮਾ ਵਿੱਚ ਵੀ ਪ੍ਰੇਮ ਪੈਦਾ ਹੁੰਦਾ ਜੀ। ਪਰ ਉਹਨਾਂ ਦੇ ਰਸਨਾ 'ਚੋਂ ਰਸ ਆਉਂਦਾ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਗੁਰਬਾਣੀ ਦਾ ਅਭਿਆਸ ਕੀਤਾ ਜੀ, ਕਮਾਈ ਕੀਤੀ ਜੀ। ਗੁਰਬਾਣੀ ਇਹਨਾਂ ਨੂੰ ਯਾਦ ਹੈ। ਆਪ ਜੀ ਨੂੰ ਸ਼ਬਦ ਇਹਨਾਂ ਨੇ ਸਰਵਣ ਕਰਾਇਆ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਭਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। 2 ਮਿੰਟ ਸ਼ਬਦ ਦੀ ਵਿਚਾਰ ਕਰਕੇ ਲੜੀਵਾਰ ਕਥਾ ਵੀ ਆਪਾਂ ਸੁਣਨੀ ਹੈ। 3 ਗੱਲਾਂ ਸਿਰਮੌਰ ਇਸ ਸ਼ਬਦ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਜੀ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 3 ਚੀਜ਼ਾਂ ਮੁੱਖ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜੀ। ਜਿਹੜੀਆਂ ਚੀਜ਼ਾਂ ਗੁਰੂ ਘਰ ਵਿੱਚ ਸਿਰਮੌਰ ਨੇ ਜੀ, ਕਿ ਇੱਕ ਸਤ ਸੰਗਤ, ਇੱਕ ਗੁਰਪ੍ਰਸਾਦ, ਇੱਕ ਪਰਮ ਪਦ ਜੀ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਭ ਤੋਂ ਪਹਿਲਾਂ ਸਤ ਸੰਗਤ ਹੈ ਜੀ। ਆਪਾਂ ਬੈਠੇ ਹਾਂ ਜੀ ਇੱਥੇ, ਇਹ ਸਤ ਸੰਗ ਹੈ ਜੀ। 4-5 ਗੁਰੂ ਕੇ ਸਿੱਖ ਇਕੱਠੇ ਬਹਿ ਕੇ ਰੱਬ ਦੀਆਂ ਗੱਲਾਂ ਕਰ ਲੈਣ, ਸਮਝੋ ਉਹ ਵੀ ਸਤ ਸੰਗ ਹੈ ਜੀ। ਅੱਜ ਕੱਲ੍ਹ ਸਤ ਸੰਗ ਰਹਿ ਨਹੀਂ ਗਿਆ ਜੀ। ਅੱਜ ਕੱਲ੍ਹ ਸਤ ਸੰਗ ਰਹਿ ਨਹੀਂ ਗਿਆ। ਮੈਂ ਧਾਰਮਿਕ ਬੰਦਿਆਂ ਵਿੱਚ ਵੀ ਵਿਚਰਦਾ ਜੀ। ਕਈਆਂ ਵਿੱਚ ਤੇ ਰੱਬ ਦੀ ਬੜੀ ਮਿਹਰ ਹੈ ਜੀ। ਉਹ ਜਦੋਂ ਮਿਲਦੇ ਬਹਿੰਦੇ ਬਾਣੀ ਦੀਆਂ ਗੱਲਾਂ ਕਰਦੇ, ਅਤੇ ਕਈ ਫਿਰ ਜਦੋਂ ਮਿਲਦੇ ਆ ਉਹ ਵਿਚਾਰੇ ਹੋਰ ਹੀ ਗੱਲਾਂ ਲੈ ਤੁਰਦੇ ਜੀ। ਸਭ ਤੋਂ ਪਹਿਲਾਂ ਸਤ ਸੰਗ ਹੈ ਜੀ। ਸਤ ਸੰਗ ਵਿੱਚੋਂ ਗੁਰਪ੍ਰਸਾਦ ਮਿਲੇਗਾ ਜੀ। ਪ੍ਰਸਾਦ ਕੀ ਹੁੰਦਾ ਜੀ? ਕਿਰਪਾ। ਸਤ ਸੰਗਤ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਪ੍ਰਾਪਤ ਹੋਏਗੀ ਜੀ। ਆ ਮਹਾਰਾਜ ਦੀ ਕਿਰਪਾ ਪ੍ਰਾਪਤ ਹੋਈ ਕਿ ਨਹੀਂ ਹੋਈ ਜੀ? ਤੁਹਾਡੇ ਮਨਾਂ ਨੂੰ ਸੁੱਖ ਮਿਲ ਰਿਹਾ, ਇਹ ਵੀ ਤੇ ਗੁਰੂ ਦੀ ਕਿਰਪਾ ਹੈ। ਹਾਂਜੀ, ਸਤ ਸੰਗਤ ਕਰਦਿਆਂ ਗੁਰੂ ਦੀ ਕਿਰਪਾ ਮਿਲੇਗੀ, ਤੇ ਗੁਰੂ ਦੀ ਕਿਰਪਾ ਜਦੋਂ ਹੋ ਗਈ ਉਦੋਂ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏਗੀ ਜੀ। ਪਰਮ ਪਦਵੀ ਬ੍ਰਹਮ ਗਿਆਨ ਦੀ ਪਦਵੀ ਹੈ ਜੀ। ਬ੍ਰਹਮ ਗਿਆਨ ਦੀ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗ ਚ ਆ ਗਿਆ ਤਰ ਗਿਆ ਜੀ। ਕਿਉਂ ਜੀ? ਇੱਥੇ ਗੁਰਪ੍ਰਸਾਦ ਵੀ ਮਿਲਣਾ ਤੇ ਗੁਰਪ੍ਰਸਾਦ ਨਾਲ ਪਰਮ ਪਦ ਮਿਲਣਾ ਜੀ। ਗੁਰਬਾਣੀ ਦੀ ਇੱਕ ਇੱਕ ਪੰਕਤੀ ਵਿੱਚ ਬੜਾ ਵੱਡਾ ਖਜ਼ਾਨਾ ਸਾਧ ਸੰਗਤ ਜੀ। ਇੱਕ ਇੱਕ ਪੰਕਤੀ ਵਿੱਚ ਬੜਾ ਵੱਡਾ ਖਜ਼ਾਨਾ ਜੇ ਖੋਜੀਏ ਵਿਚਾਰੀਏ ਬਹੁਤ ਕੁਝ ਮਿਲਦਾ ਜੀ। ਬਹੁਤ ਕੁਝ ਮਿਲਦਾ ਜੀ। ਸੋ ਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਬੱਚਿਆਂ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਮਾਤਾ ਪਿਤਾ ਆਪ ਇਹਨਾਂ ਦੇ ਰਸਕ ਨੇ, ਬਾਣੀ ਪੜ੍ਹਦੇ ਆ, ਅੱਗੋਂ ਬੱਚਿਆਂ ਨੂੰ ਬਾਣੀ ਸਿਖਾਉਂਦੇ ਆ, ਅਤੇ ਇਹ ਰੱਬ ਦੀ ਮਿਹਰ ਕਿਰਪਾ। ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ। ਲੜੀਵਾਰ ਕਥਾ ਵਿੱਚ ਹੁਣ ਸੁਰਤੀ ਜੋੜੀਏ।
ਪਿਆਰ ਨਾਲ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਜੀ ਮਹਾਰਾਜ ਆਨੰਦਪੁਰ ਸਾਹਿਬ ਸੱਜੇ ਨੇ ਜੀ। ਵਿਸਾਖੀ ਦਾ ਮੇਲਾ ਲੱਗਾ ਜੀ। ਗੁਰੂ ਘਰ ਵਿੱਚ ਵਿਸਾਖੀ ਸ਼ੁਰੂ ਤੋਂ ਮਨਾਈ ਜਾਂਦੀ ਸੀ। ਭਾਈ ਬੱਲੂ ਨੇ, ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮਹਾਰਾਜ ਕੋਈ ਐਸੀ ਵਿਧ ਬਣਾਓ ਵੀ ਸੰਗਤ ਇਕੱਠੀ ਹੋਇਆ ਕਰੇ, ਸਾਰੀ ਸੰਗਤ ਇਕੱਠੀ ਹੋਇਆ ਕਰੇ। ਮਹਾਰਾਜ ਨੇ ਵਿਸਾਖੀ ਵਾਲਾ ਦਿਨ ਰੱਖਿਆ ਜੀ। ਉਂਝ ਵੀ ਵਿਸਾਖੀ ਗੁਰੂ ਘਰ ਵਿੱਚ ਪਹਿਲਾਂ ਵੀ ਮਨਾਈ ਜਾਂਦੀ ਸੀ। ਗੁਰੂ ਅਮਰਦਾਸ ਜੀ ਤੋਂ ਬਾਅਦ ਵੀ ਵਿਸਾਖੀ ਮਨਾਈ ਗਈ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਦੋਂ ਪਹਿਲਾ ਟੱਪ ਲੱਗਾ ਨਾ ਜੀ, ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਲਾਇਆ, ਵਿਸਾਖੀ ਵਾਲਾ ਦਿਨ ਸੀਗਾ ਜੀ। ਵਿਸਾਖੀ ਵਾਲੇ ਦਿਨ ਸਰੋਵਰ ਫਿਰ ਪੂਰਾ ਜਿਸ ਦਿਨ ਤਿਆਰ ਹੋਇਆ ਤੇ ਪਹਿਲਾ ਇਸ਼ਨਾਨ ਹੋਇਆ, ਉਹ ਵੀ ਵਿਸਾਖੀ ਵਾਲਾ ਦਿਨ ਸੀਗਾ ਜੀ। ਜਿਸ ਦਿਨ ਬੀਬੀ ਰਜਨੀ ਦਾ ਕੋੜੀ ਪਤੀ ਠੀਕ ਹੋਇਆ, ਉਹ ਵੀ ਵਿਸਾਖੀ ਵਾਲਾ ਦਿਨ ਸੀਗਾ ਜੀ। ਵਿਸਾਖੀ ਦਾ ਗੁਰੂ ਘਰ ਵਿੱਚ ਸ਼ੁਰੂ ਤੋਂ ਮਹਾਤਮ ਹੈ। ਵਿਸਾਖੀ ਤੇ ਸੰਗਤਾਂ ਬਹੁਤ ਆਈਆਂ। ਕੋਈ ਮਾਇਆ ਮੰਗਦਾ, ਕੋਈ ਪੁੱਤ ਮੰਗਦਾ, ਸੰਤਾਨ ਮੰਗਦਾ, ਕੋਈ ਬਸਤਰ ਸ਼ਸਤਰ ਮੰਗਦਾ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕੋਈ ਵਿਰਲਾ ਸੂਰਮਾ ਜਿਹੜਾ ਭਗਤੀ ਮੰਗਦਾ ਮਹਾਰਾਜ ਕੋਲ, ਜਿਹੜਾ ਭਗਤੀ ਦੀ ਦਾਤ ਮੰਗਦਾ, ਬੰਦਗੀ ਦੀ ਦਾਤ ਮੰਗਦਾ ਜੀ। ਅਸੀਂ ਪਿੱਛੇ ਜੇ ਹਜ਼ੂਰ ਸਾਹਿਬ ਗਏ, ਉੱਥੇ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦਾ ਅਸਥਾਨ ਹੈ ਜੀ। ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਲਾਗੇ ਨਾ ਜੀ, ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦਾ ਅਸਥਾਨ ਹੈ। ਉੱਥੇ ਗੁਰਮੁਖ ਪਿਆਰੇ ਉੱਥੋਂ ਦਾ ਪ੍ਰਬੰਧ ਕਰਦੇ ਤੇ ਸਾਨੂੰ ਬਚਨ ਸੁਣਾਉਣ ਲੱਗੇ। ਕਹਿੰਦੇ ਵੀ ਬਾਬਾ ਕੁਲਵੰਤ ਸਿੰਘ ਜੀ ਕਹਿ ਰਹੇ ਸੀ, ਹਜ਼ੂਰ ਸਾਹਿਬ ਟ੍ਰੇਨਾਂ ਭਰ ਕੇ ਜਾਂਦੀਆਂ ਜੀ, ਟ੍ਰੇਨਾਂ ਦੀਆਂ ਟ੍ਰੇਨਾਂ ਭਰੀਆਂ ਜਾਂਦੀਆਂ ਜੀ। ਜੇ ਜਹਾਜ਼ ਚੱਲ ਜੇ ਤੇ ਜਹਾਜ਼ ਵੀ ਭਰਿਆ ਹੀ ਜਾਣਾ ਜੀ। ਟ੍ਰੇਨਾਂ ਵਿੱਚ ਥਾਂ ਨਹੀਂ ਹੁੰਦੀ ਜੀ, ਇੰਨੀ ਸੰਗਤ ਹਜ਼ੂਰ ਸਾਹਿਬ ਪਹੁੰਚਦੀ ਜੀ। ਪਰ ਬਹੁਤੇ ਕਹਿੰਦੇ ਕੀ ਕਰਦੇ ਜੀ, ਤਖਤ ਸਾਹਿਬ ਤੋਂ ਬਾਹਰ ਆਏ ਤੇ ਬਸ ਫੋਨ ਨਿਕਲ ਜਾਂਦਾ ਹੱਥ ਵਿੱਚ ਤੇ ਫੋਟੋਆਂ ਖਿੱਚੀ ਜਾਂਦੇ ਜੀ। ਕਹਿੰਦੇ ਬਾਜਾਂ ਵਾਲੇ ਕੋ ਲੈਣਾ ਕੀ ਹੈ, ਇਹ ਨਹੀਂ ਪਤਾ ਲੱਗਦਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮੇਰੇ ਖਿਆਲ ਨਾਲ ਆਪਾਂ ਵੀ ਇਹੋ ਕੁਝ ਹੀ ਕਰਦੇ ਹਾਂ ਸਾਰੇ ਜਾ ਕੇ ਜੀ। ਜਦੋਂ ਗਏ ਜੀ ਤੇ ਬਸ ਉੱਥੇ ਖਲੋ ਕੇ ਤਖਤ ਸਾਹਿਬ ਦੇ ਸਾਹਮਣੇ ਫੋਟੋਆਂ ਖਿਚਾਈ ਚੱਲੋ, ਬਸ ਠੀਕ ਹੈ। ਬਾਜਾਂ ਵਾਲੇ ਥੋੜੀ ਕਹਿੰਦੇ ਆ ਕੇ ਫੋਟੋਆਂ ਖਿਚਾਓ, ਬਾਜਾਂ ਵਾਲੇ ਕਹਿੰਦੇ ਚੌਂਕੜਾ ਮਾਰੋ, ਬੈਠੋ, ਕਰੋ ਬੰਦਗੀ, ਤੁਹਾਡੇ ਤੇ ਮੈਂ ਮਿਹਰ ਕਰਾਂ। ਪਰ ਇਹ ਤੇ ਹੁਣ ਬੰਦੇ ਦੇ ਵੱਸ ਹੈ ਨਾ ਜੀ। ਕੋਈ ਟਾਵਾਂ ਆਨੰਦਪੁਰ ਸਾਹਿਬ ਆ ਕੇ ਮਹਾਰਾਜ ਕੋ ਬੰਦਗੀ ਦੀ ਦਾਤ ਮੰਗਦਾ ਜੀ। ਵਿਸਾਖੀ ਦਾ ਮੇਲਾ ਬੜਾ ਭਰਿਆ, ਬੜੀਆਂ ਸੰਗਤਾਂ ਆਈਆਂ, ਨਮਸਕਾਰ ਕਰਕੇ ਗਈਆਂ। ਗੁਰੂ ਘਰ ਦੇ 2 ਸਾਹਿਬਜ਼ਾਦੇ ਸਨ ਉਸ ਸਮੇਂ, ਇੱਕ ਬਾਬਾ ਅਜੀਤ ਸਿੰਘ ਜੀ, ਇੱਕ ਬਾਬਾ ਜੁਝਾਰ ਸਿੰਘ ਜੀ। ਦੋਵਾਂ ਦਾ ਜਨਮ ਹੋਇਆ ਜੀ। ਮਹਾਰਾਜ ਦਾ ਬੜਾ ਵੱਡਾ ਪ੍ਰਤਾਪ ਵਧਿਆ ਜੀ। ਕੁਝ ਲੋਕ ਉਹ ਸਨ ਆਨੰਦਪੁਰ ਸਾਹਿਬ ਦੇ ਵਾਸੀ, ਜਿਹੜੇ ਗੁਰੂ ਜੀ ਦਾ ਪ੍ਰਤਾਪ ਨਹੀਂ ਜਰ ਸਕੇ ਤੇ ਸਾਧ ਸੰਗਤ ਜੀ ਉਹ ਆਨੰਦਪੁਰ ਛੱਡ ਕੇ ਚਲੇ ਗਏ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਥਾਂ ਭਟਕਦੇ ਰਹੇ, ਉਹਨਾਂ ਨੂੰ ਖਾਣ ਨੂੰ ਪ੍ਰਸ਼ਾਦਾ ਨਹੀਂ ਮਿਲਿਆ ਜੀ। ਫਿਰ ਬੜੇ ਕੀਮਤੀ ਬਚਨ, ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਦੀ ਮੈਂ ਸਿੱਧੀ ਕਥਾ ਵੀ ਸ਼ੁਰੂ ਕਰ ਸਕਦਾ ਸਾਂ। ਇਹ ਗੱਲਾਂ ਮੈਂ ਬੋਲਾਂਗਾ, ਮੇਰਾ ਵੀ ਭਲਾ, ਤੁਸੀਂ ਸੁਣੋਗੇ ਤੁਹਾਡਾ ਵੀ ਭਲਾ। ਕਹਿੰਦੇ ਜਿਨ ਪਰ ਕੋਪ ਗੁਰਨ ਕੋ ਹੋਵੈ, ਲੋਕ ਪਰਲੋਕ ਤਿਨਹੋਂ ਕੋ ਖੋਵੈ। ਮੈਂ ਵੇਖੇ ਇਹੋ ਜਿਹੇ ਬੰਦੇ ਜੀ, ਜਿਨ੍ਹਾਂ ਉੱਤੇ ਗੁਰੂ ਜੀ ਨਾਰਾਜ਼ ਹੋ ਗਏ ਨਾ, ਉਹਨਾਂ ਦਾ ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਵਿਗੜ ਗਿਆ ਜੀ। ਹਜ਼ਾਰਾਂ ਬੰਦੇ ਹੱਥ ਜੋੜ ਕੇ ਖਲੋਤੇ ਹੁੰਦੇ ਸੀਗੇ, ਇਹੋ ਜਿਹੇ ਬੰਦੇ ਵੀ ਮੈਂ ਵੇਖੇ ਜੀ, ਜਿਨ੍ਹਾਂ ਅੱਗੇ ਹਜ਼ਾਰਾਂ ਬੰਦੇ ਖਲੋਤੇ ਸੀ ਹੱਥ ਜੋੜ ਕੇ। ਬਸ ਮਹਾਰਾਜ ਦੀ ਨਾਰਾਜ਼ਗੀ ਹੋ ਗਈ ਜੀ। ਜਦੋਂ ਮਹਾਰਾਜ ਦੀ ਨਾਰਾਜ਼ਗੀ ਹੋ ਗਈ, ਸਾਧ ਸੰਗਤ ਤੋਂ ਕਿਤੇ ਆਉਣ ਜੋਗੇ ਨਹੀਂ ਰਹੇ ਜੀ, ਕਿਤੇ ਜਾਣ ਜੋਗੇ ਨਹੀਂ ਰਹੇ।
ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਵਿਗੜ ਗਿਆ ਜੀ। ਉਹ ਬੰਦੇ ਫਿਰ ਗਰੀਬ ਹੋ ਜਾਂਦੇ ਹੌਲੀ ਹੌਲੀ ਜੀ, ਗਰੀਬ ਹੋ ਜਾਂਦੇ ਜੀ। ਭਾਈ ਸੰਤੋਖ ਸਿੰਘ ਕਹਿੰਦੇ ਮੰਗਣ ਵੀ ਨਾ ਲੋਕਾਂ ਕੋ ਮਾਇਆ, ਮੰਗਣ ਵੀ ਤੇ ਕੋਈ ਦਿੰਦਾ ਨਹੀਂ ਫਿਰ ਉਹਨਾਂ ਨੂੰ ਜੀ। ਲੋਕ ਤੇ ਵਿਗੜਦਾ ਤੇ ਪਰਲੋਕ ਕਿਵੇਂ ਵਿਗੜਦਾ? ਜਦੋਂ ਮਰ ਕੇ ਜਮਦੂਤਾਂ ਦੇ ਕੋਲ ਜਾਂਦੇ ਫਿਰ ਨਰਕਾਂ ਦੀ ਕਹਿੰਦੇ ਸਜ਼ਾ ਸਹਿੰਦੇ ਜੀ। ਜਿਨ੍ਹਾਂ ਤੋਂ ਗੁਰੂ ਜੀ ਮੁੱਖ ਫੇਰ ਲੈਣ ਆਪਣਾ, ਇਸ ਗੱਲ ਨੂੰ ਹੋਰ ਧਿਆਨ ਨਾਲ ਸੁਣਿਓ, ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਤੋਂ ਗੁਰੂ ਸਾਹਿਬ ਆਪਣਾ ਮੁੱਖ ਫੇਰ ਲੈਣ ਨਾ ਜੀ, ਉਹਨਾਂ ਦੇ ਵੈਰੀ ਵੀ ਜਿਹੜੇ ਆ ਨਾ ਵਾਹਿਗੁਰੂ, ਉਹਨਾਂ ਦੇ ਮਿੱਤਰ ਜਿਹੜੇ ਉਹ ਵੀ ਵੈਰੀ ਬਣ ਜਾਂਦੇ ਜੀ। ਹੋ ਸਕਦਾ ਤੁਸੀਂ ਇਹੋ ਜਿਹੇ ਬੰਦੇ ਵੇਖੇ ਹੋਣ ਜੀ, ਜਿਨ੍ਹਾਂ ਨਾਲ ਬੁਰਕੀ ਸਾਂਝੀ ਦੀ, ਬੁਰਕੀ ਦੀ ਬੜਾ ਦਿਲੀ ਖਾਸ ਪਿਆਰ ਹੁੰਦਾ। ਜਦੋਂ ਰੱਬ ਦੀ ਨਿਗਾਹ ਪੁੱਠੀ ਹੋ ਜਾਂਦੀ ਹੈ ਨਾ, ਉਹ ਬੰਦੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਜੀ। ਮਹਾਰਾਜ ਆਸਾ ਦੀ ਵਾਰ 'ਚ ਕਹਿੰਦੇ ਨਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਹਿੰਦੇ ਮਿੱਤਰ ਜਿਹੜੇ ਆ ਉਹ ਵੈਰੀ ਬਣ ਜਾਂਦੇ ਜੀ। ਤੇ ਉਹ ਤੇ ਕਹਿੰਦੇ ਜੇ ਰੱਸੀ ਨੂੰ ਹੱਥ ਪਾਉਣ ਨਾ, ਰੱਸੀ ਸੱਪ ਬਣ ਜਾਂਦੀ ਹੈ। ਸੋਨੇ ਨੂੰ ਹੱਥ ਪਾਉਣ, ਸੋਨਾ ਮਿੱਟੀ ਬਣ ਜਾਂਦਾ। ਉਹਨਾਂ ਦੇ ਦਿਨ ਹੀ ਖਰਾਬ ਹੋ ਜਾਂਦੇ ਜੀ। ਇਸੇ ਕਰਕੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਬਾਬਾ ਈਸ਼ਰ ਸਿੰਘ ਜੀ ਗੁਰਮੁਖ ਪਿਆਰੇ ਬੈਠੇ, ਇੱਕ ਬੜਾ ਵਿਦਵਾਨ ਬੰਦਾ ਉਹਨਾਂ ਦੇ ਕੋਲ ਗਿਆ, ਕਹਿੰਦਾ ਜੀ ਭਗਤੀ ਵੱਡੀ ਕਿ ਕਰਮ ਵੱਡੇ ਹੈ? ਗੁਰਬਾਣੀ ਦੇ ਅਨੁਸਾਰ ਉੱਤਰ ਦਿਓ। ਗੁਰਬਾਣੀ 'ਚ ਭਗਤੀ ਨੂੰ ਵੀ ਬੜਾ ਸਲਾਹਿਆ, ਗੁਰਬਾਣੀ 'ਚ ਕਰਮਾਂ ਨੂੰ ਵੀ ਬੜਾ ਸਲਾਹਿਆ ਜੀ, ਵੀ ਚੰਗੇ ਕਰਮ ਕਰੋ। ਕਹਿੰਦਾ ਮਹਾਂਪੁਰਖੋ ਕਰਮ ਵੱਡੇ ਕਿ ਭਗਤੀ ਵੱਡੀ? ਮਹਾਂਪੁਰਖ ਕਹਿੰਦੇ ਨਾ ਕਰਮ ਵੱਡੇ ਨਾ ਭਗਤੀ ਵੱਡੀ, ਸਭ ਤੋਂ ਵੱਡੀ ਗੁਰੂ ਦੀ ਮਿਹਰ ਹੈ। ਕਹਿੰਦੇ ਗੁਰੂ ਦੀ ਮਿਹਰ ਸਭ ਤੋਂ ਵੱਡੀ ਹੈ, ਇਹਦੇ ਤੋਂ ਵੱਡਾ ਨਹੀਂ ਕੋਈ ਹੈਗਾ ਜੀ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਉ, ਸਤਿਗੁਰ ਪਾਏ ਪੈ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਜਿਨ੍ਹਾਂ ਉੱਤੇ ਗੁਰੂ ਦੀ ਨਜ਼ਰ ਉਪੱਠੀ ਹੋ ਜਾਂਦੀ ਹੈ। ਕਹਿੰਦੇ ਉਹਨਾਂ ਵਾਸਤੇ ਦੇਵਤੇ ਵੀ ਦੁੱਖਦਾਈ ਬਣ ਜਾਂਦੇ ਜੀ। ਜਿਹੜੇ ਦੇਵਤੇ ਲੋਕਾਂ ਨੂੰ ਸੁੱਖ ਦਿੰਦੇ ਨਾ, ਉਹ ਦੇਵਤੇ ਵੀ ਉਹਨਾਂ ਲਈ ਦੁੱਖਦਾਈ ਬਣ ਜਾਂਦੇ। ਸਾਰੀ ਦੁਨੀਆ ਹੀ ਉਹਨਾਂ ਤੋਂ ਨਾਰਾਜ਼ ਹੋਣ ਲੱਗ ਪੈਂਦੀ ਹੈ, ਜਿਨ੍ਹਾਂ ਤੇ ਗੁਰੂ ਦੀ ਨਿਗਾਹ ਪੁੱਠੀ ਹੋ ਜਾਂਦੀ ਹੈ। ਇੱਕ ਹਿੰਦੂ ਧਰਮ ਦੇ ਮਹਾਤਮਾ ਕਹਿ ਰਹੇ ਸੀ, ਕਹਿੰਦੇ ਜਿਸ ਪਰ ਰਾਮ ਕੀ ਕਿਰਪਾ ਤਿਸ ਪਰ ਸਭ ਕੀ ਕਿਰਪਾ। ਜਿਹਦੇ ਉੱਤੇ ਰੱਬ ਖੁਸ਼ ਹੈ ਉਹਦੇ ਤੇ ਸਾਰੇ ਖੁਸ਼ ਹੈ। ਤੇ ਬਾਣੀ ਵਿੱਚ ਮਹਾਰਾਜ ਕਹਿੰਦੇ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਇੱਥੋਂ ਤੱਕ ਸਾਧ ਸੰਗਤ ਦੀ ਪ੍ਰਸੰਗ ਸਰਵਣ ਕੀਤਾ ਸੀ। ਹੁਣ ਆਪਾਂ ਅੱਗੋਂ ਕੁਝ ਸਮਾਂ ਮਹਾਰਾਜ ਦੀ ਕਥਾ ਸੁਣੀਏ। ਪਿਆਰ ਨਾਲ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼ੋਰ ਆਨੰਦਪੁਰ ਕੋ ਜੋ ਗਏ, ਤਿਨ ਕੋ ਦੁਖਦ ਸਕਲ ਥਲ ਭਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਬਾਜਾਂ ਵਾਲੇ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਕਈ ਜਰੇ ਨਹੀਂ ਜੀ। ਉਹ ਆਨੰਦਪੁਰ ਛੱਡ ਕੇ ਗਏ ਵੀ ਅਸੀਂ ਨਹੀਂ ਇੱਥੇ ਰਹਿਣਾ ਜੀ, ਇੱਥੇ ਤੇ ਫੌਜਾਂ ਰੱਖ ਲੀਆਂ ਜੀ ਮਹਾਰਾਜ ਨੇ। ਕਹਿੰਦੇ ਉਹ ਜਿੱਥੇ ਗਏ ਨਾ ਜੀ, ਉਹਨਾਂ ਲਈ ਹਰ ਥਾਂ ਤੰਗੀ ਦੇਣ ਵਾਲੀ ਬਣ ਗਈ ਜੀ। ਉਹ ਦੁਖੀ ਹੋਏ ਜੀ ਹਰ ਥਾਂ ਤੇ ਜਾ ਕੇ, ਜਿੱਥੇ ਜਿੱਥੇ ਜਾਣ ਉੱਥੇ ਉੱਥੇ ਉਹਨਾਂ ਨੂੰ ਦੁੱਖ ਮਿਲੇ, ਸੁੱਖ ਮਿਲੇ ਹੀ ਕੋਈ ਨਾ ਉਹਨਾਂ ਨੂੰ ਜੀ।
ਹਾਂਜੀ, ਨਹਿ ਕਿਨਹੂ ਕੀਨੋ ਸਨਮਾਨੂ। ਕਿਸੇ ਨੇ ਵੀ ਉਹਨਾਂ ਬੰਦਿਆਂ ਦਾ ਸਨਮਾਨ ਨਹੀਂ ਕੀਤਾ ਜੀ, ਇੱਜ਼ਤ ਨਹੀਂ ਕੀਤੀ ਜੀ। ਦੁਖਤ ਸ਼ੁੱਧਤ ਸੇ ਭਏ ਮਹਾਨੂ। ਬੜੇ ਉਹ ਦੁਖੀ ਹੋ ਗਏ, ਭੁੱਖ ਨਾਲ ਵਿਆਕੁਲ ਹੋ ਗਏ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜੀ। ਜੇ ਕੋਈ ਗੁਰ ਤੇ ਬੇਮੁਖ ਹੋਵੇ, ਜੇ ਕੋਈ ਗੁਰੂ ਤੋਂ ਬੇਮੁਖ ਹੋ ਜੇ ਤੇ ਜਿੱਥੇ ਮਰਜ਼ੀ ਤੁਰਿਆ ਫਿਰੇ, ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਤੋਂ ਬਗੈਰ ਮੁਕਤ ਨਹੀਂ ਹੋ ਸਕਦਾ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇ ਕੀਆ ਜਾਏ। ਮਹਾਰਾਜ ਕਹਿੰਦੇ ਸਿਆਣਿਆਂ ਨੂੰ ਪੁੱਛ ਲੋ, ਕਿਤੋਂ ਵੀ ਮੁਕਤੀ ਨਹੀਂ ਮਿਲ ਸਕਦੀ ਜੀ। ਪੁੱਛੋ ਬਬੇ ਕੀਆ ਜਾਏ, ਫਿਰ ਮੁਕਤ ਪਾਏ। ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਵਿਚਾਰ ਕਰਕੇ ਵੇਖ ਲਿਓ, ਉਹ ਬੰਦੇ ਕਿਤੋਂ ਨਹੀਂ ਮੁਕਤੀ ਪਾ ਸਕਦੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਣ ਜੀ। ਸੋ ਜਿਹੜੇ ਆਨੰਦਪੁਰ ਛੱਡ ਕੇ ਗਏ ਨਾ ਜੀ, ਉਹ ਹਰ ਥਾਂ ਦੁਖੀ ਹੋਏ। ਥਕਤ ਹੋਏ ਥਿਰ ਕਹਿ ਜਹ ਕਹਾਂ। ਵਿਚਾਰੇ ਜਿੱਥੇ ਵੀ ਜਾਂਦੇ ਸੀ ਥੱਕਦੇ ਸੀ, ਸਨਮਾਨ ਨਹੀਂ ਸੀ ਹੁੰਦਾ ਜੀ। ਚਿੰਤਾ ਤੁਰ ਵਿਆਕੁਲ ਮਨ ਮਹਾ। ਬੜੀ ਚਿੰਤਾ ਲੱਗ ਗਈ ਜੀ, ਵਿਆਕੁਲ ਹੋ ਗਏ ਜੀ ਵੀ ਇਹ ਸਾਡੇ ਨਾਲ ਕੀ ਬਣ ਗਿਆ। ਬਾਹਰ ਆਨੰਦਪੁਰ ਕਉ ਚੱਲ ਆਏ। ਮੁੜ ਉਹ ਫਿਰ ਵਾਪਸ ਆਨੰਦਪੁਰ ਆਉਣਾ ਪਿਆ। ਫਿਰ ਮੁਕਤ ਪਾਏ ਲਾਗ ਚਰਣੀ। ਮੁੜ ਉਹ ਆਨੰਦਪੁਰ ਸਾਹਿਬ ਆਏ। ਪਰੀ ਬਿਪਤ ਦੀਰਘ ਡਰ ਪਾਏ। ਬਿਪਤਾ ਪੈ ਗਈ ਜੀ, ਡਰ ਗਏ ਜੀ, ਕਿਉਂ ਗੁਰੂ ਦੀ ਨਾਰਾਜ਼ਗੀ ਮਿਲ ਗਈ ਨਾ ਜੀ। ਹਾਂਜੀ, ਹੋਏ ਨਿਰਲਾਜ ਬਸੇ ਹਿਤ ਜੀਵਾ। ਹਾਂਜੀ। ਲੱਗੇ ਕਰਨ ਆਹਾਰ ਸਦੀਵਾ। ਫਿਰ ਮੁੜ ਆਨੰਦਪੁਰ ਸਾਹਿਬ 'ਚ ਕੰਮ ਕਰਨਾ ਸ਼ੁਰੂ ਕੀਤਾ ਜੀ ਉਹਨਾਂ ਨੇ, ਤੇ ਫਿਰ ਮਾਇਆ ਮਿਲਣੀ ਸ਼ੁਰੂ ਹੋ ਗਈ। ਇਹ ਉਹ ਲੋਕ ਸੀਗੇ ਜਿਨ੍ਹਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੀ ਵੀ ਅਸੀਂ ਨਹੀਂ ਆਨੰਦਪੁਰ 'ਚ ਰਹਿਣਾ, ਇੱਥੇ ਗੁਰੂ ਨੇ ਹਥਿਆਰ ਰੱਖ ਲਏ ਹੈ, ਇੱਥੇ ਗੁਰੂ ਨੇ ਪਤਾ ਨਹੀਂ ਕਿਹੜੇ ਵੇਲੇ ਜੰਗ ਸ਼ੁਰੂ ਕਰ ਦੇਣੀ ਹੈ। ਬੰਦੇ ਦਾ ਮਨ ਸ਼ੰਕਾ ਵਿੱਚ ਆ ਜਾਂਦਾ ਜੀ। ਇਹ ਮਨ 100 ਪੰਗੇ ਲੈਂਦਾ ਜੀ, ਕਦੀ ਕੁਛ ਕਰਦਾ ਕਦੀ ਕੁਛ ਕਰਦਾ ਜੀ। ਕਿਤਕ ਬਰਖ ਇਸ ਭਾਂਤ ਬਿਤਾਏ। ਇਸ ਤਰੀਕੇ ਨਾਲ ਕਈ ਸਾਲ ਸੱਚੇ ਪਾਤਸ਼ਾਹ ਜੀ ਨੇ ਸਫਲੇ ਕੀਤੇ ਜੀ। ਚੁਣ ਚੁਣ ਚੋਰ ਸਬੈ ਗਹਿਕਾਏ। ਤੇ ਐ ਚੁਣ ਚੁਣ ਕੇ ਇਲਾਕੇ ਵਿੱਚ ਚੋਰਾਂ ਨੂੰ ਮਾਰਿਆ ਮਹਾਰਾਜ ਨੇ ਜੀ, ਚੁਣ ਚੁਣ ਕੇ ਜੀ। ਜੇਤਕ ਰਾਜ ਜੇਤਕ ਭਾਜ ਸ਼ਹਿਰ ਤੇ ਗਏ। ਜਿੰਨੇ ਤੇ ਆਨੰਦਪੁਰ ਸਾਹਿਬ ਦੇ ਸ਼ਹਿਰ ਚੋਂ ਭੱਜ ਗਏ ਜੀ। ਹਾਂਜੀ, ਭੂਖ ਮਰਤ ਫਿਰ ਆਵਤ ਭਏ। ਉਹ ਭੁੱਖੇ ਮਰਦੇ ਦੁਬਾਰਾ ਮਹਾਰਾਜ ਦੇ ਚਰਨਾਂ 'ਚ ਆਏ ਜੀ। ਮਹਾਰਾਜ ਸਾਡਾ ਨਹੀਂ ਸਰਿਆ। ਹਾਂਜੀ, ਦਿਨ ਪ੍ਰਤ ਆਦਿਕ ਅਧਿਕ ਪ੍ਰਤਾਪਾ। ਦਿਨੋਂ ਦਿਨ ਸੱਚੇ ਪਾਤਸ਼ਾਹ ਦਾ ਪ੍ਰਤਾਪ ਵਧਣ ਲੱਗਾ ਜੀ। ਅੱਜ ਹੋਰ ਕੱਲ ਹੋਰ ਬਹੁਤ ਤੇਜ਼ ਪ੍ਰਤਾਪ ਵਧਿਆ ਮਹਾਰਾਜ ਦਾ। ਵਧੈ ਗੁਰਨ ਕੋ ਦੁਸ਼ਟਨ ਖਾਪਾ। ਗਰੀਬ ਨਵਾਜ ਮਹਾਰਾਜ ਦਾ ਪ੍ਰਤਾਪ ਵਧਿਆ। ਲੋਕ ਕਹਿੰਦੇ ਇਹਨਾਂ ਦੁਸ਼ਟ ਨਹੀਂ ਕੋਈ ਰਹਿਣ ਦੇਣਾ ਦੁਨੀਆ ਤੇ, ਇਹ ਦੁਸ਼ਟਾਂ ਦਾ ਨਾਸ ਕਰਨਗੇ। ਕਬਹੂ ਘਨੀ ਸੈਨ ਹੋਏ ਜਾਵੇ। ਕਦੀ ਤਾਂ ਬਹੁਤ ਸੈਨਾ ਮਹਾਰਾਜ ਕੋ ਇਕੱਠੀ ਹੋ ਜਾਂਦੀ ਜੀ, ਬੜੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਜੀ। ਰਹਿ ਨਿਕਟ ਚਹੁ ਦਿਸ਼ ਸਿੱਖ ਆਵੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿੰਦੇ ਸਿੱਖ ਆ ਕੇ ਦਰਸ਼ਨ ਪਰਸ਼ਨ ਕਰਦੇ ਜੀ। ਕਬਹੂ ਆਪਣੇ ਸਦਨ ਸਿਧਾਰ ਹੈ। ਤੇ ਕਈ ਵਾਰੀ ਫਿਰ ਫੌਜਾਂ ਆਪਣੇ ਘਰ ਵੀ ਚਲੇ ਜਾਂਦੀਆਂ ਜੀ। ਕਈ ਵਾਰੀ ਸੰਗਤਾਂ ਘਟ ਜਾਂਦੀਆਂ, ਕਈ ਵਾਰੀ ਵੱਧ ਜਾਂਦੀਆਂ। ਸੁਤ ਬਨਤਾ ਕੋ ਨਿਹ ਸੰਭਾਰ ਹੈ। ਜਦੋਂ ਧੀਆਂ ਪੁੱਤਰਾਂ ਦਾ ਮੋਹ ਸਤਾਉਂਦਾ ਜੀ, ਉਹ ਬੰਦੇ ਫਿਰ ਆਪੋ ਆਪਣੇ ਘਰਾਂ ਨੂੰ ਵੀ ਚਲੇ ਜਾਂਦੇ ਜੀ। ਮੋਹ ਬੜੀ ਚੀਜ਼ ਹੈ ਜੀ। ਹਾਂਜੀ, ਚਾਕਰ ਕਬਹੋਂ ਘਨੇ ਹੋਏ ਜਾਏ। ਕਦੀ ਤਾਂ ਫੌਜਾਂ ਵਿੱਚ ਸਿਪਾਹੀ ਨੌਕਰ ਕਾਫੀ ਖੁੱਲੇ ਹੋ ਜਾਂਦੇ ਸੀ ਮਹਾਰਾਜ ਕੋਲ। ਕਬਹੋਂ ਦਰਬਲੇ ਘਰੋਂ ਸਿਧਾਏ। ਤੇ ਕਦੀ ਫਿਰ ਮਾਇਆ ਲੈ ਕੇ ਆਪੋ ਆਪਣੇ ਘਰਾਂ ਨੂੰ ਚਾਲਾ ਪਾ ਦਿੰਦੇ ਸੀਗੇ ਜੀ। ਗੁਰ ਕੇ ਸੰਗ ਜੰਗ ਕਬ ਹੋਏ। ਕਦੀ ਕਦੀ ਫਿਰ ਜੰਗ ਵੀ ਹੁੰਦੀ ਸੀ ਸੱਚੇ ਪਾਤਸ਼ਾਹ ਜੀ ਦੀ।
ਕਬਹੂ ਕਰਹਿ ਸੰਧ ਰਿਪ ਜੋਏ। ਤੇ ਕਈ ਵਾਰੀ ਰਾਜੇ ਜੰਗ ਕਰਦੇ ਤੇ ਕਈ ਵਾਰੀ ਸਲਾਮਾਂ ਕਰਦੇ ਜੀ ਮਹਾਰਾਜ ਨਾਲ ਜੀ। ਹਾਂਜੀ, ਕਬਹੂ ਅਖੇਰ ਬ੍ਰਿਤ ਕੋ ਕਰੈ। ਕਦੀ ਤੇ ਸੱਚੇ ਪਾਤਸ਼ਾਹ ਅਖੇਰ ਬਿਰਤੀ ਤੇ ਚੜ੍ਹਦੇ, ਸ਼ਿਕਾਰ ਤੇ ਚੜ੍ਹਦੇ, ਦੁੰਧਪ ਬਜਹਿ ਸੁਭਟ ਸੰਗ ਚਰੈ। ਵੀ ਨਗਾਰੇ ਵਜਾਉਂਦੇ, ਨਗਾਰੇ ਵਜਾਉਂਦੇ, ਅਕਾਲ ਅਕਾਲ ਕਰਦੇ, ਨਿਸ਼ਾਨ ਚਲਾਉਂਦੇ, ਜੰਗਲਾਂ ਨੂੰ ਜਾਂਦੇ, ਸ਼ਿਕਾਰ ਖੇਡਦੇ ਜੀ। ਮਨ ਭਾਵਤ ਵਿਚਰਤ ਬਹੁ ਕਾਨਨ। ਮਨ ਭਾਉਂਦਾ ਮਹਾਰਾਜ ਜੰਗਲਾਂ ਵਿੱਚ ਵਿਚਰਦੇ, ਸੈਰ ਕਰਦੇ ਸੱਚੇ ਪਾਤਸ਼ਾਹ। ਸ਼ਤਰੁਨ ਤਰਾਸ ਨਾਦ ਸੁਨ ਕਾਨਨ। ਤੇ ਜਦੋਂ ਮਹਾਰਾਜ ਜੰਗਲਾਂ 'ਚ ਜਾ ਨਗਾਰੇ ਵਜਾਉਂਦੇ ਨਾ, ਗੁਰਸਿੱਖਾਂ ਨੂੰ ਕਹਿੰਦੇ ਵਜਾਓ ਨਗਾਰੇ। ਨਗਾਰੇ ਵੱਜਦੇ ਤੇ ਵੈਰੀ ਫਿਰ ਨਗਾਰਿਆਂ ਦੀਆਂ ਆਵਾਜ਼ਾਂ ਸੁਣ ਡਰਦੇ ਹੁੰਦੇ ਸੀਗੇ ਜੀ, ਵੀ ਪਤਾ ਨਹੀਂ ਕੀ ਕਰ ਦੇਣਾ ਮਹਾਰਾਜ ਨੇ। ਇੱਕ ਕਵੀ ਲਿਖਦਾ, ਕਹਿੰਦੇ ਜਦੋਂ ਰਣਜੀਤ ਨਗਾਰਾ ਵੱਜਦਾ, ਸਮੁੰਦਰ ਦਾ ਥੱਲੜ ਜਿਹੜਾ ਤਲ ਹੈ ਨਾ, ਉਹ ਮਿੱਟੀ ਵੀ ਹਿਲਾ ਦਿੰਦਾ ਸੀਗਾ ਜੀ। ਇਸ ਤਰ੍ਹਾਂ ਦਾ ਨਗਾਰਾ ਵੱਜਦਾ ਹੁੰਦਾ ਸੀਗਾ ਜੀ। ਸੋ ਇਹ ਮਹਾਰਾਜ ਦੀ ਖੇਡ ਹੈ ਜੀ। ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ। ਕਦੀ ਮਹਾਰਾਜ ਨੇ ਫੌਜਾਂ ਵਧਾ ਲੈਣੀਆਂ, ਕਦੀ ਘਟਾ ਲੈਣੀਆਂ, ਕਦੀ ਸ਼ਿਕਾਰ ਤੇ ਜਾਣਾ, ਕਦੀ ਉੱਦਾਂ ਹੀ ਜੰਗਲਾਂ ਵਿੱਚ ਜਾਣਾ ਜੀ। ਗ੍ਰਾਮ ਨਗਰ ਜੋ ਮਗਮਹਿ ਆਵੈ। ਤੇ ਰਸਤੇ ਵਿੱਚ ਪਿੰਡ, ਨਗਰ, ਸ਼ਹਿਰ, ਉਹ ਵੀ ਗੁਰੂ ਜੀ ਨੂੰ ਮਿਲਦੇ ਜੀ ਆ ਕੇ। ਮਿਲਹਿ ਭੇਟ ਦੇ ਸੀਸ ਨਿਵਾਵੈ। ਭੇਟਾ ਦੇ ਕੇ ਸਿਰ ਨਮਾਉਂਦੇ, ਅਧੀਨਗੀ ਕਬੂਲ ਲੈਂਦੇ ਜੀ। ਇਸ ਤਰ੍ਹਾਂ ਨਾ ਮਹਾਰਾਜ ਦਾ ਪ੍ਰਤਾਪ ਵੀ ਵੱਧ ਰਿਹਾ ਤੇ ਗੁਰੂ ਜੀ ਦਾ ਇਲਾਕਾ ਵੀ ਵੱਧ ਰਿਹਾ ਜੀ। ਹਾਂਜੀ, ਸੋ ਆਪਣੀ ਰੱਖਿਆ ਕਰ ਲੇਤ। ਜਿਹੜੇ ਤੇ ਮਹਾਰਾਜ ਦੇ ਚਰਨਾਂ 'ਚ ਆ ਕੇ ਝੁਕਦੇ, ਉਹਨਾਂ ਦੀ ਤੇ ਰੱਖਿਆ ਹੋ ਜਾਂਦੀ ਸੀ। ਤਿਹ ਕੋ ਸੁਭਟ ਤਰਾਸ ਨਹਿ ਦੇਤ। ਉਹਨਾਂ ਨੂੰ ਫਿਰ ਕੋਈ ਵੀ ਬੰਦਾ ਆ ਕੇ ਨਹੀਂ ਡਰਾਉਂਦਾ। ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਉਹਨਾਂ ਨੂੰ ਪਤਾ ਹੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਪਤਾ ਹੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੈ ਜੀ, ਇਹਨਾਂ ਦਾ ਰਾਖਾ ਗੁਰੂ ਹੈ। ਤੇ ਜਦੋਂ ਆਪਾਂ ਸਰੀਰ ਤਿਆਗ ਕੇ ਜਾਣਾ ਜੀ, ਤੇ ਅੱਗੇ ਪਤਾ ਲੱਗ ਜਾਣਾ ਵੀ ਆ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ, ਸਿੰਘ ਆ ਗਏ, ਤੇ ਸਭ ਜਮਾਂ ਨੇ ਦੂਰ ਹੋ ਜਾਣਾ ਸਾਧ ਸੰਗਤ ਜੀ। ਹਾਂਜੀ, ਇਹ ਮਹਾਰਾਜ ਦੇ ਸਿੱਖਾਂ ਦਾ ਪ੍ਰਤਾਪ ਹੈ ਜੀ। ਕੋਈ ਰਾਜਾ, ਕੋਈ ਫੌਜ ਉਹਨਾਂ ਨੂੰ ਨਹੀਂ ਸੀ ਡਰਾਉਂਦੀ ਜਿਹੜੇ ਸਤਿਗੁਰੂ ਜੀ ਦੇ ਬਣ ਜਾਂਦੇ ਸੀਗੇ ਜੀ। ਹਾਂਜੀ, ਅਕਰੈ ਅਹੰਕਾਰ ਤੇ ਜੋਏ। ਹਾਂਜੀ, ਆਗੇ ਨਿਕਸ ਨਾ ਨਰਮੀ ਹੋਏ। ਕਈ ਫਿਰ ਆਕੜਦੇ ਵੀ ਸੀਗੇ ਜੀ ਮਹਾਰਾਜ ਅੱਗੇ ਜੀ। ਹਾਂਜੀ, ਉਹਨਾਂ ਨੂੰ ਫਿਰ ਗੁਰੂ ਕਾ ਖਾਲਸਾ ਜਿਹੜਾ ਉਹ ਨਰਮ ਕਰ ਲੈਂਦਾ ਜੀ। ਜੋ ਅੜੇ ਸੋ ਝੜੇ, ਫਿਰ ਝਾੜਨਾ ਵੀ ਆਉਂਦਾ ਜੀ। ਹਾਂਜੀ, ਤਿੰਨ ਘਰ ਤੇ ਦਦ ਦੁਗਧ ਨਿਕਾਰੈ। ਗਾਹੈ ਸ਼ਾਂਗ ਜੇਤਿਕ ਹੋਏ ਮਾਰੈ। ਉਹਨਾਂ ਦੇ ਘਰਾਂ ਵਿੱਚ ਕਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਜੀ। ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਜੀ ਦੇ ਉਲਟ ਬਚਨ ਕਰਦੇ ਸੀ, ਆਕੜਦੇ ਸੀਗੇ, ਉਹਨਾਂ ਦੇ ਘਰਾਂ 'ਚ ਕਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਹਨਾਂ ਨੂੰ ਵਿਪਤਾਵਾਂ ਪੈਣੀਆਂ ਲੱਗ ਪੈਂਦੀਆਂ ਸੀ ਤੇ ਉਹਨਾਂ ਦੇ ਘਰਾਂ 'ਚੋਂ ਬਰਕਤਾਂ ਉੱਡਣ ਲੱਗ ਪੈਂਦੀਆਂ ਸੀਗੀਆਂ ਜੀ। ਹਾਂਜੀ, ਕਾਸ਼ਟ ਘਾਸ ਜੇ ਸੰਚਿਓ ਹੋਏ। ਹਾਂਜੀ। ਸ਼ੀਨ ਲੇਤ ਬਸ ਚੱਲੈ ਨਾ ਕੋਏ। ਬਸ ਉਹਨਾਂ ਦੇ ਘਰਾਂ 'ਚੋਂ ਕਹਿੰਦੇ ਮਾਨੋ ਸਭ ਕੁਝ ਆਪੇ ਹੀ ਖੋਇਆ ਜਾਂਦਾ ਸੀਗਾ ਜੀ। ਹਾਂਜੀ, ਕਰਤੇ ਰਹੈ ਉਤੰਗ ਪੁਕਾਰ। ਬੋਲੈ ਬਹੁਤ ਖਾਹੇ ਸੋ ਮਾਰ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਦਿਨੋਂ ਦਿਨ ਤੇਜ ਪ੍ਰਤਾਪ ਵਧਿਆ ਜੀ। ਆਨੰਦਪੁਰ ਸਾਹਿਬ ਦੇ ਲਾਗੇ, ਬਿਲਾਸਪੁਰ, ਉਹ ਸਾਰੇ ਨਗਰਾਂ ਵਿੱਚ ਬੜਾ ਵੱਡਾ ਪ੍ਰਤਾਪ ਵਧਿਆ। ਤੇ ਸਾਧ ਸੰਗਤ ਜੀ, ਅੱਜ ਤੱਕ ਜਿੰਨੇ ਪਹਾੜੀ ਇਲਾਕੇ ਆ, ਜੇ ਕੋਈ ਰਿਆਸਤ ਬਚੀ ਆ ਤੇ ਆਨੰਦਪੁਰ ਸਾਹਿਬ ਬਚਿਆ ਜੀ। ਬਾਕੀ ਰਿਆਸਤਾਂ ਉਜੜੀਆਂ ਜੀ। ਹੋਲਾ ਮਹੱਲਾ ਆ ਰਿਹਾ, ਕਿਤੇ ਜਾ ਕੇ ਦਰਸ਼ਨ ਕਰਿਓ ਮੇਰੇ ਬਾਜਾਂ ਵਾਲੇ ਦੇ ਦਰਬਾਰ ਦੇ ਜੀ। ਹਾਂਜੀ, ਇਸ ਪ੍ਰਕਾਰ ਨਿਜ ਤੇਜ ਟਿਕਾਇਓ। ਇਸ ਤਰੀਕੇ ਨਾਲ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਵਧਿਆ ਜੀ। ਹਾਂਜੀ, ਮਹਿਮਾ ਵਧੀ ਮਹਾਰਾਜ ਦੀ। ਸਭ ਰਾਜਨ ਮਨ ਤਰਾਸ ਉਪਾਇਓ। ਸਾਰੇ ਲਾਗੇ ਲਾਗੇ ਰਾਜੇ ਡਰਨ ਲੱਗ ਪਏ ਜੀ। ਉਹਨਾਂ ਨੂੰ ਪਤਾ ਸੀ
ਵੀ ਗੁਰੂ ਗੋਬਿੰਦ ਸਿੰਘ ਵੱਡੀ ਤਾਕਤ ਦਾ ਨਾਮ ਹੈ। ਹਾਂਜੀ, ਸਿੱਖ ਸੰਗਤ ਨਿਤ ਵਧਹਿ ਵਿਸਾਲਾ। ਸਿੱਖ ਸੰਗਤਾਂ ਵੀ ਵੱਧ ਰਹੀਆਂ ਮਹਾਰਾਜ ਦੀਆਂ। ਜਦੋਂ ਪ੍ਰਤਾਪ ਵੱਧ ਰਿਹਾ ਤੇ ਫਿਰ ਮੰਨਣ ਵਾਲੇ ਵੀ ਵੱਧਦੇ ਜੀ। ਸਤਿਗੁਰ ਦਰਸ਼ਨ ਕਰਹਿ ਸੁਖਾਲਾ। ਮਹਾਰਾਜ ਸੱਚੇ ਪਾਤਸ਼ਾਹ ਦੇ ਆ ਕੇ ਸੁੱਖ ਨਾਲ ਦਰਸ਼ਨ ਕਰਦੇ ਜੀ। ਤੇ ਜਿਹੜਾ ਦਰਸ਼ਨ ਕਰਦਾ ਉਹਦਾ ਮਨ ਸੁਖੀ ਹੋ ਜਾਂਦਾ। ਸਾਧ ਸੰਗਤ ਜੀ, ਹਾਂਜੀ। ਦੀਪਮਾਲ ਵੈਸਾਖੀ ਜੋਏ। ਸੋ ਦੀਵਾਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਦਿਨ ਇਤਿਆਦ ਪੁਰਬ ਕੋ ਹੋਏ। ਹੋਰ ਵੀ ਗੁਰਪੁਰਬਾਂ ਤੇ ਚਾਹੋਂ ਦਿਸ਼ਨ ਤੇ ਚੱਲ ਚੱਲ ਆਵੇ। ਬੜੇ ਵੱਡੇ ਮੇਲੇ ਲੱਗਣੇ, ਸਮਾਗਮ ਹੋਣੇ ਤੇ ਚਾਰੇ ਪਾਸਿਓਂ ਕਰ ਦਰਸ਼ਨ ਬਾਂਸ਼ਤ ਕਉ ਪਾਵੈ। ਮਹਾਰਾਜ ਦੇ ਦਰਸ਼ਨ ਕਰਦੀਆਂ ਜੋ ਕੋਈ ਮਨ ਵਿੱਚ ਫੁਰਨਾ ਬਣਾਉਂਦਾ ਗੁਰੂ ਦੀ ਮਿਹਰ ਨਾਲ ਉਹਨੂੰ ਮਿਲਦਾ ਜੀ। ਬਸਨ ਬਿਭੂਖਨ ਦਰਬ ਵਿਸਾਲਾ। ਵਸਤਰ ਗਹਿਣੇ, ਹਾਂਜੀ, ਹਾਏ ਹਥਿਆਰ ਆਦ ਵਥ ਜਾਲਾ। ਘੋੜੇ ਸ਼ਸਤਰ ਢੇਰ ਹੀ ਲੱਗਾ ਰਹਿੰਦਾ ਸੀ ਮਹਾਰਾਜ ਕੋਲ ਜੀ। ਹਾਂਜੀ, ਅਰਪੈ ਹੈ ਗੁਰ ਪਗ ਪੰਕਜ ਪਾਸ। ਗੁਰਸਿੱਖ ਬੜੇ ਪਿਆਰ ਨਾਲ ਸਤਿਗੁਰੂ ਨੂੰ ਭੇਟਾ ਕਰਦੇ ਸਾਰਾ ਕੁਝ ਜੀ। ਅਨੇਕ ਵਿਧਨ ਕੀ ਕਰ ਅਰਦਾਸ। ਫਿਰ ਅਰਦਾਸ ਬੇਨਤੀ ਵੀ ਹੁੰਦੀ ਉਹਨਾਂ ਦੀ ਜੀ। ਹਾਂਜੀ, ਕੋ ਤੂਸ਼ਨ ਹੀ ਮਨ ਕਰ ਜਾਚੇ। ਅੱਛਾ, ਕਈ ਮੁੱਖੋਂ ਨਹੀਂ ਬੁਲਾਉਂਦੇ। ਪਿੱਛੇ ਜੇ ਵੀ ਕਥਾ ਵਿੱਚ ਬਚਨ ਕੀਤਾ ਸੀ। ਕਈਆਂ ਨੂੰ ਆਦਤ ਹੁੰਦੀ ਹੈ ਅਰਦਾਸ ਵਿੱਚ ਸਾਡਾ ਨਾਮ ਬੋਲੋ ਜੀ। ਇੱਥੇ ਸਾਡੇ ਕੋਲ ਇੱਕ ਪ੍ਰੇਮੀ ਲੜ ਪਿਆ ਜੀ ਗੁਰਪੁਰਬ ਤੇ। ਹਾਂਜੀ, ਉਹ ਕਹਿੰਦਾ ਜੀ ਮੇਰਾ ਨਾਮ ਨਹੀਂ ਬੋਲਿਆ ਅਰਦਾਸ ਵਿੱਚ, ਬਾਕੀਆਂ ਦਾ ਬੋਲਤਾ। ਤੇ ਮੈਨੂੰ ਜਦੋਂ ਗ੍ਰੰਥੀ ਸਿੰਘ ਨੇ ਦੱਸਿਆ ਮੈਂ ਕਿਹਾ ਹੱਦ ਹੋ ਗਈ, ਅਜੇ ਸੁਰਤ ਇੱਥੇ ਹੀ ਫਸੀ ਆ ਜੀ। ਕਈ ਮਹਾਰਾਜ ਦਸਵੇਂ ਪਾਤਸ਼ਾਹ ਕੋ ਆਉਂਦੇ, ਨਾ ਉਹ ਆਪਣਾ ਨਾਮ ਬੁਲਾਉਂਦੇ, ਨਾ ਉਹ ਉੱਚੀ ਬੋਲ ਕੇ ਅਰਦਾਸ ਕਰਦੇ, ਮਨ ਵਿੱਚ ਅਰਦਾਸ ਕਰਦੇ ਸਤਿਗੁਰਾਂ ਨੂੰ। ਹਾਂਜੀ, ਕੋ ਕਰ ਜੋਰਤ ਬਾਕ ਉਬਾਚੇ। ਕਈ ਫਿਰ ਹੱਥ ਜੋੜ ਕੇ ਬਚਨ ਵੀ ਕਰ ਲੈਂਦੇ ਸੀ ਮਹਾਰਾਜ ਨੂੰ। ਹਾਂਜੀ, ਸਗਰੇ ਪਾਏ ਕਾਮਨਾ ਗੁਰ ਤੇ। ਪਰ ਮਹਾਰਾਜ ਬੜੇ ਦਿਆਲੂ ਜੀ। ਮਹਾਰਾਜ ਸਾਰਿਆਂ ਨੂੰ ਹੀ ਨਿਹਾਲ ਕਰ ਦਿੰਦੇ ਜੀ। ਜੋ ਕੋਈ ਮੰਗਦਾ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ਾਂ ਕਰਦੇ ਜੀ। ਕਰਹਿ ਪ੍ਰੇਮ ਪਦ ਪੰਕਜ ਉਰਤੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸਿੱਖ ਆ ਕੇ ਮੱਥਾ ਟੇਕਦੇ। ਤੁਸੀਂ ਵੀ ਟੇਕੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਪ੍ਰੇਮ ਨਾਲ ਜੀ, ਅੰਦਰ ਦੇ ਪ੍ਰੇਮ ਨਾਲ। ਇਹ ਮੁੱਖ 'ਚ। ਹਾਂਜੀ, ਕੇਤਕ ਸੁਮਤ ਭਗਤ ਕੋ ਪਾਵੈ। ਕਈ ਸਿਆਣੇ ਬੰਦੇ ਸੁਮਤ ਮੰਗਦੇ, ਭਗਤੀ ਮੰਗਦੇ ਤੇ ਉਹਨਾਂ ਨੂੰ ਭਗਤੀ ਦੀ ਦਾਤ ਮਿਲ ਜਾਂਦੀ। ਸਤ ਸੰਗਤ ਮਿਲ ਦਿਵਸ ਬਿਤਾਵੈ। ਤੇ ਸਤ ਸੰਗਤ ਵਿੱਚ ਰਹਿ ਰਹਿ ਕੇ ਸਾਰਾ ਦਿਨ ਹੀ ਬਤੀਤ ਕਰ ਲੈਂਦੇ ਜੀ। ਹੁੰਦੇ ਪ੍ਰੇਮੀ ਜੀ, ਉਹ ਸਤ ਸੰਗਤ ਵਿੱਚ ਹੀ ਸਾਰਾ ਸਾਰਾ ਦਿਨ ਰਹਿੰਦੇ। ਕੇਚਿਤ ਕਰਤ ਪ੍ਰੇਮ ਤੇ ਗੁਰ ਸੇਵਾ। ਕਈ ਪਿਆਰ ਨਾਲ ਸੇਵਾ ਕਰਦੇ, ਲੰਗਰਾਂ ਦੀ ਸੇਵਾ, ਬਾਲਣ ਦੀ ਸੇਵਾ, ਬਰਤਨਾਂ ਦੀ ਸੇਵਾ, ਝਾੜੂ ਦੀ ਸੇਵਾ, ਬੜੀਆਂ ਸੇਵਾਵਾਂ ਜੀ। ਅੱਛਾ, ਕੇ ਚਿਤ ਕਰਤ ਪ੍ਰੇਮ ਤੇ ਸੇਵਾ। ਪ੍ਰੇਮ ਨਾਲ ਸੇਵਾ ਕਰਦੇ, ਪ੍ਰੇਮ ਨਾਲ ਜੀ। ਉਹ ਇੱਕ ਮਹਾਰਾਜ ਦਾ ਸਿੱਖ ਸੀਗਾ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਕਹਿੰਦਾ ਮਹਾਰਾਜ ਮੈਂ ਸੇਵਾ ਕਰਨੀ ਹੈ, ਇੱਥੇ ਰਹਿਣਾ। ਮਹਾਰਾਜ ਕਹਿੰਦੇ ਚੱਲ ਫਿਰ ਘੋੜਿਆਂ ਦੀ ਸੇਵਾ ਕਰ ਲਿਆ ਕਰ। ਕਈ ਸਾਲ ਲੱਗਾ ਰਿਹਾ ਜੀ ਉਹ ਘੋੜਿਆਂ ਦੀ ਸੇਵਾ ਵਾਸਤੇ ਜੀ। ਫਿਰ ਕਈ ਸਾਲਾਂ ਬਾਅਦ ਨਾ ਜੀ ਉਹਨੂੰ ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਮਿਲ ਗਈ ਜੀ। ਨੀਲੇ ਦੀ ਸੇਵਾ ਮਿਲ ਗਈ, ਜਿਹਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਸੱਜਦੇ ਜੀ। ਹਾਂਜੀ, ਉਹਨੇ ਬੜੇ ਪਿਆਰ ਨਾਲ ਨੀਲੇ ਨੂੰ ਨਵਾਇਆ ਕਰਨਾ ਜੀ। ਮਹਾਰਾਜ ਦੇ ਘੋੜੇ ਨੂੰ ਰੰਗ ਨਹੀਂ ਸੀ ਨੀਲਾ, ਨਾਮ ਨੀਲਾ ਸੀਗਾ ਜੀ। ਸਤਿਗੁਰਾਂ ਦੇ ਘੋੜੇ ਨੂੰ ਨਵਾਇਆ ਕਰਨਾ, ਉਹਦੇ ਸਰੀਰ ਨੂੰ ਪੂੰਝਿਆ ਕਰਨਾ, ਖਰਖਰਾ ਫੇਰਨਾ, ਉਹਦੇ ਤੇ ਕਾਠੀ ਸਜਾਉਣੀ, ਮਾਲਿਸ਼ ਕਰਨੀ। ਘੋੜੇ ਦੀ ਸੇਵਾ ਇੰਨੇ ਪਿਆਰ ਨਾਲ ਕੀਤੀ। ਇੱਕ ਦਿਨ ਫਿਰ ਮਹਾਰਾਜ ਖੁਸ਼ ਹੋਏ ਜੀ। ਘੋੜੇ ਦੀ ਸੇਵਾ ਤੋਂ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਜੀ। ਹਾਂਜੀ,
ਇਹ ਤੇ ਰੱਬ ਦੀ ਮਿਹਰ ਹੈ। ਗਲਤ ਪਿਆਰ ਨਾਲ ਸੇਵਾ ਹੋਵੇ। ਕਈ ਫਿਰ ਪਿਆਰ ਨਾਲ ਆ ਕੇ ਸੇਵਾ ਕਰਦੇ ਹਨ। ਜਿਸ ਤੇ ਰੀਝਹਿ ਸ੍ਰੀ ਗੁਰਦੇਵਾ। ਹਾਂ, ਜੇ ਪਿਆਰ ਨਾਲ ਕੋਈ ਸੇਵਾ ਕਰੇ ਮਹਾਰਾਜ ਰੀਝ ਪੈਂਦੇ ਜੀ। ਬਾਜਾਂ ਵਾਲੇ ਬੜੀ ਛੇਤੀ ਦਿਆਲੂ ਹੁੰਦੇ ਜੇ। ਆਖੋ ਵਾਹਿਗੁਰੂ। ਵਾਹਿਗੁਰੂ। ਬਹੁਤੀ ਛੇਤੀ ਜੇ ਕੋਈ ਦਿਆਲੂ ਹੁੰਦਾ ਤੇ ਬਾਜਾਂ ਵਾਲੇ ਹੁੰਦੇ ਨੇ। ਜੇ ਕੋਈ ਆ ਕੇ ਪਿਆਰ ਨਾਲ ਸੇਵਾ ਕਰਦਾ ਨਾ, ਮਹਾਰਾਜ ਉਹਦੇ ਤੇ ਬੜਾ ਰੀਝਦੇ ਹਨ। ਕਰਾਮਾਤ ਆਦਿਕ ਸਭ ਪਾਏ। ਫਿਰ ਮਹਾਰਾਜ ਉਹਨੂੰ ਕਰਾਮਾਤਾਂ ਵੀ ਦੇ ਦਿੰਦੇ ਜੀ। ਵੱਡੀਆਂ ਤੋਂ ਵੱਡੀਆਂ ਬਖਸ਼ਿਸ਼ਾਂ ਉਹਨੂੰ ਮਹਾਰਾਜ ਦਿੰਦੇ ਜੀ। ਬ੍ਰਹਮ ਗਿਆਨ ਮਹਿ ਰਹਿ ਲਿਵਲਾਏ। ਇੱਥੋਂ ਤੱਕ ਪਿਆਰ ਨਾਲ ਜਿਹੜੇ ਸੇਵਾ ਕਰਦੇ ਨਾ, ਆਨੰਦਪੁਰ ਸਾਹਿਬ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਵੀ ਦਿੰਦੇ ਜੀ। ਬ੍ਰਹਮ ਗਿਆਨੀ ਵੀ ਬਣਾ ਦਿੰਦੇ। ਜਿਹਨੂੰ ਜੁੱਗਾਂ ਪਰਯੰਤ ਕੋਈ ਕਮਾਈ ਕਰਦਾ ਰਵੇ, ਕੋਈ ਪਤਾ ਨਹੀਂ ਬ੍ਰਹਮ ਗਿਆਨੀ ਬਣਨਾ ਜਾਂ ਨਹੀਂ ਬਣਨਾ ਜੀ। ਹਾਂਜੀ। ਸ਼ਤਰੂ ਮਿੱਤਰ ਮਹਿ ਬ੍ਰਿਤੀ ਸਮਾਨਾ। ਹਾਂ, ਸ਼ਤਰ ਮਿੱਤਰ ਮਹਿ ਬ੍ਰਿਤੀ ਸਮਾਨਾ। ਗੁਰੂ ਸਾਹਿਬ ਵਾਸਤੇ ਕੋਈ ਵੈਰੀ ਨਹੀਂ ਤੇ ਕੋਈ ਮਿੱਤਰ ਨਹੀਂ ਜੀ। ਉਹ ਜੇ ਭਾਈ ਕਨ੍ਹਈਆ ਜੀ ਗੁਰੂ ਦੇ ਸਿੱਖ ਦੀ ਅਵਸਥਾ ਇੰਨੀ ਉੱਚੀ ਹੋ ਸਕਦੀ ਹੈ ਤੇ ਗੁਰੂ ਜੀ ਦੀ ਕਿੰਨੀ ਉੱਚੀ ਹੋਏਗੀ ਜੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਹਾਂਜੀ। ਰਾਚੇ ਏਕ ਰੰਗ ਤਜ ਨਾਨਾ। ਗਰੀਬ ਨਵਾਜ ਸੱਚੇ ਪਾਤਸ਼ਾਹ ਇੱਕ ਰੰਗ ਵਿੱਚ ਰੰਗੇ ਰਹਿੰਦੇ ਜੀ। ਤੇ ਮਹਾਰਾਜ ਦੀ ਸੇਵਾ ਕਰਨ ਵਾਲੇ, ਸਤਿਗੁਰਾਂ ਦੇ ਘਰ ਆਉਣ ਵਾਲੇ ਵੀ ਇੱਕ ਰੰਗ 'ਚ ਰੰਗੇ ਰਹਿੰਦੇ ਜੀ। ਕੋ ਗਿਨੀਐ ਹੈ ਤਰੇ ਅਨੇਕ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਥਾ ਸੁਣਨ ਵਾਲਿਓ, ਪ੍ਰੇਮੀਓ, ਕਿਹਦੀ ਕਿਹਦੀ ਗਿਣਤੀ ਕਰਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਨੂੰ ਕਿਹਨੂੰ ਤਾਰਿਆ। ਕੋ ਗਿਣੀਐ ਤਰੇ ਅਨੇਕ। ਮਹਾਰਾਜ ਨੇ ਅਨੇਕਾਂ ਨੂੰ ਤਾਰ ਦਿੱਤਾ। ਭਉ ਜਲ ਉਬਰੇ ਪਾਏ ਵਿਵੇਕ। ਸਤਿਗੁਰਾਂ ਨੇ ਗਿਆਨ ਦੀ ਦਾਤ ਬਖਸ਼ੀ, ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਗੁਰੂ ਦੇ ਸਿੱਖ ਭਵ ਜਲ ਤੋਂ ਪਾਰ ਵੀ ਹੋਏ ਤੇ ਦੂਜਿਆਂ ਨੂੰ ਵੀ ਗੁਰੂ ਕੇ ਸਿੱਖਾਂ ਨੇ ਪਾਰ ਕੀਤਾ ਜੀ। ਹਾਂਜੀ। ਆ ਲੰਗੇਰੀ ਪਿੰਡ ਹੈ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ, ਜਿੱਥੇ ਜਨਮ ਹੋਇਆ ਜੀ। ਮਹਾਰਾਜ ਦਾ ਲਾਂਗਰੀ ਸੀਗਾ ਜੀ। ਉਹ ਸਤਿਗੁਰਾਂ ਦਾ ਲੰਗਰ ਬਣਾਉਂਦਾ ਹੁੰਦਾ ਸੀਗਾ ਜੀ। ਉਹ ਬੜੇ ਪਿਆਰ ਨਾਲ ਉਹਨੇ ਲੰਗਰ ਦੀ ਸੇਵਾ ਕਰਨੀ। ਮਹਾਰਾਜ ਕਹਿੰਦੇ, ਜਾ ਤੇਰੀ ਸੇਵਾ ਪੂਰੀ ਹੋਈ, ਜਾ ਤੇਰੇ ਨਾਮ ਤੇ ਪਿੰਡ ਵਸ ਜਾਏਗਾ। ਲਾਂਗਰੀਆਂ ਦੇ ਨਾਮ ਤੇ ਪਿੰਡ ਵਸ ਗਏ ਜੀ। ਹੁਸ਼ਿਆਰਪੁਰ ਜਾਓ, ਲੰਗੇਰੀ ਪਿੰਡ ਹੈਗਾ ਜੀ। ਪਹਿਲਾਂ ਨਾਮ ਸੀ ਲਾਂਗਰੀ, ਪਿੰਡ ਦਾ ਨਾਮ ਹੀ ਲਾਂਗਰੀ ਸੀਗਾ ਜੀ। ਲਾਂਗਰੀ ਤੋਂ ਫਿਰ ਲੰਗੇਰੀ ਬਣ ਗਿਆ। ਉਸੇ ਪਿੰਡ ਵਿੱਚ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ, ਸਿੱਖਾਂ ਦਾ ਤੇ ਉਧਾਰ ਹੋਇਆ, ਅੱਗੋਂ ਬਖਸ਼ਿਸ਼ਾਂ ਕਰਨ ਵਾਲੇ ਮਹਾਰਾਜ ਨੇ ਬਣਾਇਆ ਜੀ। ਸਿੱਧਾਂ ਸਰਬ ਪਾਏ ਆਨੰਦੇ। ਹਰ ਸਿੱਧੀ ਗੁਰੂ ਕੇ ਸਿੱਖਾਂ ਨੂੰ ਗੁਰੂ ਦੀ ਸੇਵਾ ਵਿੱਚੋਂ ਮਿਲੀ ਜੀ। ਸੇਵਾ ਕਰਦਿਆਂ ਕਰਦਿਆਂ ਸਾਰੀਆਂ ਸਿੱਧੀਆਂ ਮਿਲੀਆਂ। ਆਪਾਂ ਕਰਦੇ ਹੀ ਨਹੀਂ ਸੇਵਾ ਸਾਧ ਸੰਗਤ ਜੀ। ਕੋਈ ਇੱਕ ਸੇਵਾ ਕਰੀ ਚੱਲੋ। ਜੇ ਝਾੜੂ ਮਾਰਨਾ ਤੇ ਝਾੜੂ ਹੀ ਮਾਰੀ ਚੱਲੋ। ਕਈ ਸਾਲ ਲੱਗੇ ਰਹੋ, ਲੱਗੇ ਰਹੋ, ਲੱਗੇ ਰਹੋ, ਰਿੱਧੀਆਂ ਸਿੱਧੀਆਂ ਆ ਜਾਣਗੀਆਂ। ਇਹ ਕਿਹੜੀ ਵੱਡੀ ਗੱਲ ਹੈਗੀ ਜੀ। ਬਾਬਾ ਜੀ ਭਾਈ ਸ਼ਾਲੋ ਜੀ ਝਾੜੂ ਹੀ ਫੇਰਦੇ ਹੁੰਦੇ ਸੀਗੇ ਜੀ। ਹਾਂਜੀ। ਤੇ ਗੁੱਡੇ ਨੂੰ ਗੁੱਡੀ ਕਿਹਾ ਤੇ ਗੁੱਡਾ ਗੁੱਡੇ ਤੋਂ ਗੁੱਡੀ ਬਣ ਗਿਆ ਸਾਧ ਸੰਗਤ ਜੀ। ਰਿੱਧੀ ਸਿੱਧੀ। ਸਿੱਧਾਂ ਸਰਬ ਪਾਏ ਆਨੰਦੇ। ਮਹਾਰਾਜ ਦੀ ਸੇਵਾ ਕਰਕੇ ਹਰ ਤਰ੍ਹਾਂ ਦੀ ਸਿੱਧੀ ਗੁਰੂ ਕੇ ਸਿੱਖਾਂ ਨੂੰ ਮਿਲਦੀ ਹੈ। ਗੁਰ ਸੇਵੇ ਜਿਨ ਭਾਗ ਬਿਲੰਦੇ। ਪਰ ਸੇਵਾ ਕਰਦਾ ਕੌਣ ਹੈ? ਆਖੋ ਵਾਹਿਗੁਰੂ। ਵਾਹਿਗੁਰੂ। ਸੇਵਾ ਕਰਦਾ ਕੌਣ ਹੈ? ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹਦੇ ਭਾਗ ਵੱਡੇ ਨੇ ਜੀ। ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ। ਹਾਂਜੀ। ਦੋਹਰਾ
ਸ਼੍ਰੀ ਜੀਤੋ ਸਤ ਸੰਗ ਕੋ ਸੇਵਹਿ ਤਿਸੈ ਪ੍ਰਕਾਰ। ਹੁਣ ਗੱਲ ਬੜੀ ਕੀਮਤੀ ਹੈ, ਇਹਨੂੰ ਸਾਵਧਾਨੀ ਨਾਲ ਸੁਣਿਓ, ਗੱਜ ਕੇ ਆਖਿਓ ਵਾਹਿਗੁਰੂ। ਵਾਹਿਗੁਰੂ ਗੱਜ ਕੇ ਕਹਿ ਦਿਓ ਵਾਹਿਗੁਰੂ। ਕੱਲ ਇੰਗਲੈਂਡ ਤੋਂ ਗੁਰਪ੍ਰੀਤ ਸਿੰਘ ਆਇਆ ਸਿੰਘ, ਉਹ ਕਹਿੰਦਾ ਵੀ ਮੈਂ ਵੀ ਕਈ ਵਾਰੀ ਹੌਲੀ ਹੌਲੀ ਬੋਲਦਾ, ਜਦੋਂ ਤੁਸੀਂ ਕਥਾ ਸੁਣਦਾ ਨਾ ਮੈਂ ਗੱਡੀ 'ਚ ਚਲਾ ਕੇ, ਤੇ ਮੈਂ ਵੀ ਹੌਲੀ ਬੋਲਦਾ, ਜਦੋਂ ਤੁਸੀਂ ਗੱਜ ਕੇ ਕਹਿੰਦੇ ਜੇ ਨਾ, ਤੇ ਉਹ ਫਿਰ ਮੈਂ ਉੱਥੇ ਬੈਠਾ ਪੁੜਕ ਜਾਂਦਾ, ਕਹਿਣ ਲੱਗਾ ਮੈਨੂੰ ਲੱਗਦਾ ਵੀ ਮੈਨੂੰ ਹੀ ਆਖਿਆ ਜੀ। ਗੱਜ ਕੇ ਆਖੋ ਸਾਰੇ ਵਾਹਿਗੁਰੂ। ਜਿੱਥੇ ਗੁਰੂ ਦੇ ਸਿੱਖ ਸੇਵਾ ਕਰਦੇ ਜੀ, ਉੱਥੇ ਗੁਰੂ ਜੀ ਦੇ ਮਹਿਲ ਮਾਤਾ ਜੀਤੋ ਜੀ ਵੀ ਬੜੀ ਸੇਵਾ ਕਰਦੇ ਜੀ, ਬੜੀ ਸੇਵਾ ਕਰਦੇ ਜੀ। ਇਹ ਨਹੀਂ ਵੀ ਮੈਂ 10ਵੇਂ ਪਾਤਸ਼ਾਹ ਦੀ ਪਤਨੀ ਆ ਤੇ ਮੈਂ ਕਿਉਂ ਸੇਵਾ ਕਰਾਂ, ਮੈਨੂੰ ਸੇਵਾ ਦੀ ਲੋੜ ਨਹੀਂ। ਨਹੀਂ, ਸ਼੍ਰੀ ਜੀਤੋ ਸਤ ਸੰਗ ਕੋ ਸੇਵਹਿ ਤਿਸੀ ਪ੍ਰਕਾਰ। ਜਿਵੇਂ ਸਿੱਖ ਸੰਗਤਾਂ ਦੀ ਸੇਵਾ ਕਰਦੇ, ਮਾਤਾ ਜੀਤੋ ਜੀ ਵੀ ਉਵੇਂ ਸੇਵਾ ਕਰਦੇ ਜੀ। ਹਾਂਜੀ। ਆਸਨ ਬਸਨ ਕਉ ਦੇਤ ਹੈ, ਕਰ ਉਰ ਭਾਵ ਉਦਾਰ। ਮਾਤਾ ਜੀ ਪਤਾ ਕੀ ਕਰਦੇ ਜੀ, ਲੰਗਰ ਦੀ ਸੇਵਾ ਕਰਦੇ ਜੀ। ਵੇਖਦੇ ਆ ਕਿਹੜੇ ਸਿੱਖ ਕੋ ਕੱਪੜੇ ਨਹੀਂ ਹੈਗੇ, ਹੌਲੀ ਜੀ ਮਾਤਾ ਜੀ ਉਹਨੂੰ ਕੱਪੜੇ ਵੀ ਦੇ ਦਿੰਦੇ ਹੈ, ਲੈ ਸਿੱਖਾ ਕੱਪੜੇ ਪਾ ਲਾ। ਤੇ ਕਈਆਂ ਸਿੱਖਾਂ ਕੋ ਮਾਇਆ ਨਹੀਂ ਸੀ ਨਾ ਹੁੰਦੀ, ਤੇ ਸੁੱਤਿਆਂ ਦੀ ਜੇਬ 'ਚ ਮਾਤਾ ਜੀ ਮਾਇਆ ਪਾ ਦਿੰਦੇ ਹੁੰਦੇ ਸੀਗੇ ਜੀ, ਮਾਤਾ ਜੀ ਤੋਂ ਜੀ। ਉਹਨੂੰ ਪਤਾ ਹੀ ਨਾ ਲੱਗੇ ਵੀ ਪੈਸੇ ਕੌਣ ਦੇ ਗਿਆ ਹੈ। ਕਹਿੰਦੇ ਮਾਤਾ ਜੀਤੋ ਜੀ ਵੀ ਏਦਾਂ ਦੀ ਸੇਵਾ ਕਰਦੇ ਹਨ। ਚੌਪਈ ਮਧੁਰ ਸਲਾਵਨ ਤੁਰਸ਼ ਯੁਤ ਸਵਾਦ। ਅੱਛਾ, ਮਾਤਾ ਜੀਤੋ ਜੀ ਦਾ ਹੋਰ ਬੜਾ ਵੱਡਾ ਗੁਣ, 2-4 ਮਿੰਟ 'ਚ ਕਥਾ ਸਮਾਪਤ ਕਰਦੇ ਹਾਂ, ਧਿਆਨ ਨਾਲ ਸੁਣਿਓ। ਮਾਤਾ ਜੀਤੋ ਜੀ ਲੰਗਰ ਬੜਾ ਸਵਾਦ ਬਣਾਉਂਦੇ ਸੀਗੇ ਜੀ, ਮਿੱਠੇ ਲੂਣ ਵਾਲੇ ਖੱਟੇ ਹਰ ਤਰ੍ਹਾਂ ਦੇ ਭੋਜਨ ਬਣਾਉਂਦੇ ਸੀਗੇ ਜੀ। ਕਰਵਹਿ ਬਿੰਜਨ ਚਾਵਰ ਆਦ। ਚਾਵਲ ਬਣਾਉਣੇ, ਸਬਜ਼ੀ ਬਣਾਉਣੀ ਸੰਗਤਾਂ ਵਾਸਤੇ, ਔਰ ਬੜਾ ਸਵਾਦ ਬਣਾਉਣਾ ਮਾਤਾ ਜੀਤੋ ਜੀ ਨੇ ਜੀ। ਬਾਣੀ ਪੜ੍ਹਦਿਆਂ ਬਣਾਉਂਦੇ ਸੀ ਨਾ ਜੀ। ਪਾਇਸ ਬਨ ਹੈ ਪਾਏ ਵਿੱਚ ਮੇਵੇ। ਹਾਂ, ਮਾਤਾ ਜੀਤੋ ਜੀ ਗੁਰੂ ਕੀਆਂ ਸੰਗਤਾਂ ਵਾਸਤੇ ਆਪ ਖੀਰ ਬਣਾਉਂਦੇ ਆ ਜੀ। ਪਾਇਸ ਕਹਿੰਦੇ ਖੀਰ ਨੂੰ ਜੀ, ਵਿੱਚ ਮੇਵੇ ਪਾਉਂਦੇ ਆ ਜੀ। ਹਾਂਜੀ। ਅਥਿਤਨ ਕਹੋ ਹਕਾਰ ਬਹੁ ਦੇਵੇ। ਤੇ ਆਏ ਹੋਏ ਗੁਰਸਿੱਖਾਂ ਨੂੰ ਨਾ ਆਵਾਜ਼ਾਂ ਮਾਰ ਮਾਰ ਛਕਾਉਂਦੇ ਮਾਤਾ ਜੀ। ਮਾਤਾ ਜੀਤੋ ਜੀ ਲੰਗਰ ਦੀ ਬਹੁਤ ਵੱਡੀ ਸੇਵਾ ਕੀਤੀ ਮਾਤਾ ਜੀਤੋ ਜੀ ਨੇ। ਚਾਹਤ ਚਿਤ ਪ੍ਰਸੰਨਤਾ ਪਤ ਕੀ। ਕਿਉਂ? ਮਾਤਾ ਜੀਤੋ ਜੀ ਵੀ ਚਾਹੁੰਦੇ ਆ ਮੇਰੇ ਤੇ ਕਲਗੀਧਰ ਸੱਚੇ ਪਾਤਸ਼ਾਹ ਖੁਸ਼ ਰਹਿਣ, ਮਹਾਰਾਜ ਮੇਰੇ ਤੇ ਖੁਸ਼ ਰਹਿਣ। ਪਤਾ ਗੁਰੂ ਨੇ ਖੁਸ਼ ਉਦੋਂ ਹੋਣਾ ਜਦੋਂ ਕੋਈ ਸੰਗਤ ਦੀ ਸੇਵਾ ਕਰਦਾ ਜੀ। ਹਾਂਜੀ। ਨਮਰੀ ਰਹਿ ਸਦਾ ਗਤ ਮਨ ਕੀ। ਬੜੇ ਹੀ ਪਿਆਰ ਨਾਲ ਮਾਤਾ ਜੀਤੋ ਜੀ ਨੀਵੇਂ ਰਹਿੰਦੇ ਮਹਾਰਾਜ ਅੱਗੇ ਜੀ, ਸਦਾ ਹੀ ਸੰਗਤਾਂ ਦੀ ਸੇਵਾ ਕਰਦੇ ਜੀ। ਭਿਖ ਹੈ ਨਗਨ ਕੋ ਬਸਨ ਉਡਾਵੈ ਹੈ। ਜੇ ਵੇਖਣਾ ਕਿਸੇ ਕੋ ਬਸਤਰ ਨਹੀਂ ਹੈਗੇ, ਉਹਨੂੰ ਬਸਤਰ ਦੇਣੇ ਮਾਤਾ ਜੀ ਨੇ। ਇਮ ਸੰਤਨ ਸਿੱਖ ਸੇਵ ਕਮਾਵੈ ਹੈ। ਤੇ ਸੰਤਾਂ ਦੇ, ਸਿੱਖਾਂ ਦੇ, ਪਿਆਰਿਆਂ ਦੇ ਬੜੀ ਸੇਵਾ ਮਾਤਾ ਜੀਤੋ ਜੀ ਨੇ ਕਰਨੀ। ਇਹਨੂੰ ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ। ਵੱਡਾ ਮਾਣ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਹੋਣ ਦੇ ਬਾਵਜੂਦ ਵੀ ਮਨ ਨੀਵਾਂ ਕਰਕੇ ਸੇਵਾ ਕੀਤੀ ਮਾਤਾ ਜੀ ਨੇ ਜੀ। ਹਉਮੈ ਨਹੀਂ ਰੱਖੀ ਜੀ, ਹਉਮੈ ਨਹੀਂ ਰੱਖੀ। ਨਹੀਂ ਤਾਂ ਕਈ ਵਾਰੀ ਬੀਬੀਆਂ ਕੱਖ ਵੀ ਨਹੀਂ ਹੁੰਦੀਆਂ ਤੇ ਫਿਰ DSP ਤੋਂ ਵੱਧ ਟੌਰ ਰੱਖਦੀਆਂ ਜੀ ਆਪਣੀਆਂ। ਹੈਂ, ਮੈਂ ਕਿਉਂ ਝੂਠਾ ਭਾਂਡਾ ਮਾਂਜਾਂ, ਮੈਂ ਕਿਉਂ ਮਾਂਜਾਂ? ਹੈ ਚਲੋ ਘਰ ਤੇ ਠੀਕ ਹੈ, ਗੁਰਦੁਆਰੇ ਵੀ ਨਹੀਂ ਆ ਕੇ ਮਾਂਜਦੀਆਂ। ਹਾਂਜੀ, ਉਹਨਾਂ ਦਾ ਹਿਰਦਾ ਖਾਲੀ ਰਹਿ ਜਾਂਦਾ ਜੀ। ਸੇਵਾ ਮਾਤਾ ਜੀ ਬੜੀ ਸੇਵਾ ਕਰਦੇ ਜੀ। ਪਤ ਮੂਰਤ ਉਰ ਮਹਿ ਦ੍ਰਿੜ ਵਾਸੀ। ਤੇ ਮਾਤਾ ਜੀ ਹਰ ਸਮੇਂ ਸਤਿਗੁਰਾਂ ਦੀ ਮੂਰਤ ਵਿੱਚ ਧਿਆਨ ਰੱਖਦੇ ਜੀ। ਗੁਰ ਕੀ ਮੂਰਤ ਹਿਰਦੈ ਵਸਾਏ, ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛੇ ਸੋਈ ਫਲ ਪਾਵੇ।
ਹਾਂਜੀ। ਨਿਸ ਦਿਨ ਪ੍ਰੇਮ ਵਧਿਓ ਅਬਨਾਸ਼ੀ। ਦਿਨੋਂ ਦਿਨ ਮਾਤਾ ਜੀ ਦਾ ਅੰਦਰ ਦੀ ਅਵਸਥਾ ਜਿਹੜੀ ਹੈ ਨਾ ਮਾਤਾ ਜੀਤੋ ਜੀ ਦੀ, ਉਹ ਵੱਧਦੀ ਜਾਂਦੀ। ਹਾਂਜੀ। ਅਧਿਕ ਰਹਿ ਦਰਸ਼ਨ ਕੀ ਲਾਲਸ। ਤੇ ਸਦਾ ਹੀ ਮਾਤਾ ਜੀਤੋ ਜੀ ਦੇ ਮਨ ਵਿੱਚ ਨਾ ਸਤਿਗੁਰਾਂ ਦੇ ਚਰਨਾਂ ਦੇ ਪਰਥਾਏ ਪ੍ਰੇਮ ਤੇ ਦਰਸ਼ਨਾਂ ਦੀ ਇੱਛਾ ਰਹਿੰਦੀ ਸੀਗੀ ਜੀ। ਮਾਤਾ ਜੀਤੋ ਜੀ ਰੋਜ਼ ਫੁੱਲਾਂ ਦਾ ਹਾਰ ਤਿਆਰ ਕਰਕੇ ਗੁਰੂ ਜੀ ਦੇ ਗਲ ਵਿੱਚ ਸਜਾਉਂਦੇ ਸੀਗੇ ਜੀ। ਬਿਨ ਨਾਗਾ ਮਾਤਾ ਜੀ ਦੀ ਸੇਵਾ ਸੀਗੇ। ਹਾਂਜੀ। ਸੇਵਾ ਕਰਤ ਨਾ ਠਨ ਹੈ ਆਲਸ। ਤੇ ਸੇਵਾ ਕਰਦਿਆਂ ਕਦੀ ਵੀ ਮਾਤਾ ਜੀਤੋ ਜੀ ਨੇ ਆਲਸ ਨਹੀਂ ਸੀ ਕੀਤਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ, ਸ਼ਹੀਦ ਪੁੱਤਰਾਂ ਦੀ ਮਾਂ ਹੈ ਮਾਤਾ ਜੀਤੋ। ਕਮਾਈ ਹੈਗੀ ਆ ਤੇ ਐਡੀਆਂ ਮੇਰਾ ਹੋਈਆਂ ਨੇ ਨਾ। ਬਾਬਾ ਫਤਿਹ ਸਿੰਘ ਜੀ ਦੀ ਮਾਤਾ ਹੈ ਮਾਤਾ ਜੀਤੋ। ਬਾਬਾ ਫਤਿਹ ਸਿੰਘ ਜੀ ਦੀ, ਬਾਬਾ ਜੋਰਾਵਰ ਸਿੰਘ ਜੀ ਦੀ। ਸੋ ਮਾਤਾ ਜੀਤੋ ਜੀ ਗੁਰੂ ਘਰ ਦੀ ਬੜੀ ਸੇਵਾ ਕਰਦੇ ਆ। ਹਰ ਸਮੇਂ ਜਿੱਥੇ ਸਿੱਖਾਂ ਤੇ ਬਖਸ਼ਿਸ਼ਾਂ ਹੁੰਦੀਆਂ, ਉੱਥੇ ਮਾਤਾ ਜੀਤੋ ਜੀ ਦੀ ਅਵਸਥਾ ਵੀ ਉੱਚੀ ਹੋ ਰਹੀ ਹੈ ਜੀ। ਅੰਦਰ ਨੂੰ ਸੁੱਖ ਮਿਲਦਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਸੇਵਾ ਕਰਕੇ ਸੁੱਖ ਮਿਲ ਰਿਹਾ ਜੀ। ਅਰਦਾਸ ਕਰੋ ਹੱਥ ਜੋੜ ਕੇ ਸਾਰੇ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਵੀ ਆਪਣੇ ਦਰ ਘਰ ਦੀ ਸੇਵਾ ਬਖਸ਼ੋ, ਸਾਨੂੰ ਵੀ ਸੇਵਾ ਬਖਸ਼ੋ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਓ 2 ਮਿੰਟ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਖਿਮਾ ਮੰਗੀਏ। ਭਾਈ ਕਵਲਜੀਤ ਸਿੰਘ ਜੀ, ਉਹਨਾਂ ਦੇ ਸਾਰੇ ਪਰਿਵਾਰ ਦਾ ਜੀ ਆਇਆਂ ਨੂੰ ਧੰਨਵਾਦ। ਕੱਲ੍ਹ ਸ਼ਾਮ ਦੀ ਕਥਾ ਮੰਜੀ ਸਾਹਿਬ ਸੀ। ਇਹ ਕਿਤੇ ਅੱਗੋਂ ਲੰਘ ਰਹੇ ਸੀ ਬੱਚੇ, ਉਹ ਬੱਚੇ ਮੇਰੀ ਆਵਾਜ਼ ਝੱਟ ਹੀ ਸਿਆਣਗੇ ਜੀ। ਉਹਨਾਂ ਇਹਨਾਂ ਨੂੰ ਦੱਸਿਆ, ਇਹ ਅੱਗੇ ਆਏ। ਸੋ ਮੇਲਾ ਗੇਲਾ ਹੋ ਗਿਆ। ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ। ਪਿਆਰ ਨਾਲ ਗੱਜ ਕੇ ਸਾਰੇ ਕਹੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਗੱਜ ਕੇ ਜਪੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਮਿਹਰ ਕਰਨ, ਸਭ ਦਾ ਆਇਆ ਸਫਲਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਾ ਹੋਟਲ।